गुरु नानक पातशाह का प्रकाश गुरपुरब आप गुरु की संगत मना रहे हो। प्रकाश गुरपुरब नूं समर्पित अज दा सारा समागम चल रहा। गुरु नानक पातशाह के वड्डियां तो गल करिए आपां शुरू भी। गुरु नानक पातशाह की गल तो आपां सारे स्टेज ते करदे। गुरु नानक पातशाह के थोड़ा जिहा पिछोकड़ वाल आपां चलीए, वड्डियां वाल चलीए भी वड्डे कित्थों तुरे उन्हां दे। 7वीं ते 8वीं दीयां जमातां विच ना एक बंदे दा नाम आउंदा जिन्हां ने हिस्टरी पढ़ी आ 7वीं 8वीं दे विच। 7वीं ते 8वीं दी हिस्टरी दे विच एक बंदे दा नाम आउंदा वा, उहदा नाम आ अलाउद्दीन खिलजी। मशहूर बंदा। उहने जदों साडे मुल्क दे उत्ते हमला कीता ना, उहने सारा भारत अपने पैरां दे विच लताड़िया ते अलाउद्दीन खिलजी ने जाके मुकाबला कीता राजपूताने राजस्थान दे राजपूतां दे नाल। अलाउद्दीन खिलजी दा उत्थे टाकरा हुंदा वा भट्टियां दे मुंडियां नाल। हुण भट्टियां दे मुंडियां विचों कुछ लड़े, कुछ मर गए, कुछ भज गए। उन्हां भट्टियां दे मुंडियां विचों एक मुंडा सी जिहदा नां सी राणा राय। नां चेते रखियो, काम आऊगा जदों प्रसंग अगे तुहाडा। भट्टियां दे टब्बर विचों उस मुंडे दा नां सी राणा राय। राणा राय बड़ी जुरत नाल लड़िया, बड़ी बहादरी नाल लड़िया, बहुत ज्यादा अणख ते गैरत नाल लड़िया, पर हार गया। जदों मुंडा हार गया ना ते अलाउद्दीन खिलजी ने उन्होंने अपने कोल सद्दिया। कहंदा काका हैगा ते तू मेरा दुश्मन आ, पर जिन्ने सोहणे तरीके नाल तू लड़िया वा ना, मैं तेनू शाबाश देनी चाहुंदा। यह भी एक राजनीति की कुंडी जे। ਜਿਹੜਾ ਬੰਦਾ ਆਪਣੇ ਦੁਸ਼ਮਣ ਦੀ ਚੰਗੇ ਕੰਮ 'ਚ ਸਲਾਹਤ ਕਰਨੀ ਨਹੀਂ ਜਾਣਦਾ, ਉਹ ਬੰਦਾ ਕਿਸੇ ਕੰਮ ਦਾ ਨਹੀਂ ਦੁਨੀਆ ਤੇ। ਜ਼ਰੂਰੀ ਨਹੀਂ ਸਾਰੇ ਚੰਗੇ ਕੰਮਾਂ ਦਾ ਠੇਕਾ ਮੈਂ ਹੀ ਲਿਆ ਵੀ ਮੈਂ ਹੀ ਕਰੀ ਜਾਣੇ ਆ। ਜਿਹਦੇ ਨਾਲ ਮੇਰੀ ਲਾਗ ਡਾੜ ਆ, ਜਿਹੜਾ ਮੇਰਾ ਦੁਸ਼ਮਣ ਆ, ਜਿਹਦੇ ਨਾਲ ਮੇਰਾ ਲੜਾਈ ਝਗੜਾ ਹੈ, ਜਦੋਂ ਉਹ ਕੋਈ ਚੰਗਾ ਕੰਮ ਕਰੇ ਦੁਸ਼ਮਣ ਦੀ ਪਿੱਠ ਤੇ ਵੀ ਹੱਥ ਰੱਖ ਕੇ ਆਖੋ ਵਾਹ ਉਹ ਚੰਗਾ ਕੰਮ ਕੀਤਾ ਈ। ਇੱਕ ਤੇ ਦਿਲਾਂ ਦੇ ਮਨ ਮੁਟਾਵ ਘਟ ਜਾਂਦੇ ਆ ਤੇ ਦੂਜਾ ਦੁਸ਼ਮਣ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ। ਜਿਨ੍ਹਾਂ ਨੇ ਕੁਝ ਸਿੱਖਣਾ ਗਲੀ ਦੇ ਕੱਖਾਂ ਕੋਲੋਂ ਵੀ ਸਿੱਖ ਲੈਂਦੇ, ਦੁਸ਼ਮਣ ਤੇ ਬੜੀ ਦੂਰ ਦੀ ਗੱਲ। ਕਹਿੰਦੇ ਨੇ ਅਲਾਉद्दीन ਖਿਲਜੀ ਨੇ ਉਸ ਮੁੰਡੇ ਨੂੰ ਕੋਲ ਸੱਦ ਕੇ ਆਖਿਆ ਕਾਕਾ ਤੂੰ ਬੜੀ ਅਣਖ ਤੇ ਗੈਰਤ ਨਾਲ ਲੜਿਆ ਹੈ, ਮੈਂ ਤੈਨੂੰ ਸ਼ਾਬਾਸ਼ ਦੇਣੀ ਚਾਹੁੰਦਾ। ਤੇ ਅਗਲੀ ਗੱਲ ਇਹ ਆ ਕਿ ਜੇ ਤੂੰ ਕਿਤੇ ਮੁਸਲਮਾਨ ਬਣ ਜਾਵੇਂ ਨਾ, ਤੈਨੂੰ 1 ਲੱਖ ਏਕੜ ਇਨਾਮ ਚ ਦਊਂਗਾ ਮੈਂ, 1 ਲੱਖ ਕਿੱਲਾ। ਰਾਣਾ ਰਾਏ ਨੇ ਸਿਰ ਝੁਕਾ ਕੇ ਆਖਿਆ ਜੀ ਮੈਨੂੰ ਪ੍ਰਵਾਨ ਆ, ਮੈਂ ਮੁਸਲਮਾਨ ਬਣ ਜਾਣਾ ਤੇ ਮੈਨੂੰ ਇਨਾਮ ਦੇ ਦਿਓ। ਭੱਟੀਆਂ ਦੇ ਟੱਬਰ ਚੋਂ ਪਹਿਲਾ ਬੰਦਾ ਸੀ ਜਿਹੜਾ ਮੁਸਲਮਾਨ ਹੋਇਆ। ਇਸ ਤੋਂ ਪਹਿਲਾਂ ਭੱਟੀ ਸਾਰੇ ਰਾਜਪੂਤ ਹੁੰਦੇ ਸੀ। ਇਹ ਭੱਟੀਆਂ ਦੇ ਟੱਬਰ 'ਚ ਖਾਨਦਾਨ 'ਚ ਪਹਿਲਾ ਮੁੰਡਾ ਏ ਰਾਣਾ ਰਾਏ, ਜਿਨੇ ਇਸਲਾਮ ਧਰਮ ਧਾਰਨ ਕੀਤਾ। ਜਦੋਂ ਇਹਨਾਂ ਨੂੰ ਇਨਾਮ ਵਿੱਚ 1 ਲੱਖ ਕਿੱਲਾ ਮਿਲਿਆ ਨਾ, ਰਾਣਾ ਰਾਏ ਆਪਣਾ ਟੱਬਰ ਲੈ ਕੇ ਐਸ ਪੰਜਾਬ ਵਾਲੇ ਪਾਸੇ ਨੂੰ ਆਇਆ। ਇਹਨੇ ਆਪਣੇ ਟੱਬਰ ਦੇ ਨਾਲ ਇੱਕ ਪਿੰਡ ਵਸਾਇਆ ਜਿਹਦਾ ਨਾਂ ਰੱਖਿਆ ਭੱਟੀ ਵਿੰਡ। ਉਹਨੂੰ ਅੱਜ ਦੇ ਯੁੱਗ ਅੰਦਰ ਤੁਸੀਂ ਬਠਿੰਡੇ ਦੇ ਨਾਂ ਨਾਲ ਜਾਣਦੇ ਹੋ। ਇਹ ਜਿਹੜਾ ਬਠਿੰਡਾ ਸ਼ਹਿਰ ਆ, ਜਿਹੜਾ ਭੱਟੀ ਵਿੰਡ ਤੋਂ ਬਠਿੰਡਾ ਬਣਿਆ, ਇਹ ਰਾਣਾ ਰਾਏ ਦੇ ਟੱਬਰ ਭੱਟੀਆਂ ਦੇ ਟੱਬਰ ਨੇ ਵਸਾਇਆ ਪਿੰਡ ਆ। ਇਹ ਪਹਿਲਾ ਪਿੰਡ ਸੀ ਬਠਿੰਡਾ। ਉਸ ਤੋਂ ਬਾਅਦ ਇਹਨਾਂ 2 ਪਿੰਡ ਹੋਰ ਵਸਾਏ ਆ, ਤਰਨ ਤਾਰਨ ਜ਼ਿਲ੍ਹੇ 'ਚ ਪੈਂਦੇ ਆ ਦੋਵੇਂ ਪਿੰਡ। ਜਦੋਂ ਤੁਸੀਂ ਤਰਨ ਤਾਰਨ ਲੰਘ ਜਾਓ ਅੱਗੇ ਸੇਰੋਂ ਦਾ ਅੱਡਾ ਆ ਜਾਂਦਾ। ਸੇਰੋਂ ਦੇ ਅੱਡੇ ਤੋਂ ਤੁਸੀਂ ਥਾਣ ਉਤਰ ਜਾਓ, ਢੋਟੀਆਂ ਪਿੰਡ ਲੰਘ ਜੀਏ, ਅਗਲੇ ਬੰਨੇ ਜਾ ਕੇ 2 ਪਿੰਡ ਆਉਂਦੇ ਆ, ਜਾਮਾ ਰਾਏ ਤੇ ਪੱਠੇ ਵਿੰਡ ਲੋਹਾਰ। ਇਹ ਦੋਵੇਂ ਪਿੰਡ ਜਿਹੜੇ ਸੀ ਭੱਟੀਆਂ ਨੇ ਵਸਾਏ ਸੀ। 1 ਬਠਿੰਡਾ, 2 ਆ, 3 ਹੋ ਗਏ। ਹੁਣ ਭੱਟੀਆਂ ਨੇ ਇੱਕ ਚੌਥਾ ਪਿੰਡ ਵਸਾਇਆ ਜਿਹਦਾ ਨਾਂ ਉਹਨਾਂ ਨੇ ਭੱਟੀ ਵਾਲਾ ਰੱਖਿਆ। ਤੇ ਸਮੇਂ ਦੇ ਚੱਕਰ ਨਾਲ ਬਦਲਦਾ ਉਹਦਾ ਨਾਂ ਅੱਜ ਦੇ ਯੁੱਗ 'ਚ ਤੁਸੀਂ ਬਟਾਲਾ ਸ਼ਹਿਰ ਕਰਕੇ ਜਾਣਦੇ ਹੋ। ਇਹ ਜਿਹੜਾ ਬਟਾਲਾ ਵਾ ਇਹ ਵੀ ਭੱਟੀਆਂ ਦਾ ਵਸਾਇਆ ਹੋਇਆ ਸ਼ਹਿਰ। 4 ਸ਼ਹਿਰ ਭੱਟੀਆਂ ਨੇ ਵਸਾਏ। ਬਠਿੰਡਾ, 2 ਪਿੰਡ ਆ, ਜਾਮਾ ਰਾਏ ਤੇ ਪੱਠੇ ਵਿੰਡ, ਚੌਥਾ ਉਹਨਾਂ ਵਿੱਚੋਂ ਹੈਗਾ ਬਟਾਲਾ। ਆਪਾਂ ਗੱਲ ਕਰਨੀ ਆ ਉਹ ਤਰਨ ਤਾਰਨ ਜ਼ਿਲ੍ਹੇ ਵਾਲੇ ਪੱਠੇ ਵਿੰਡ ਲੋਹਾਰ ਪਿੰਡ ਦੀ। ਪੱਠੇ ਵਿੰਡ ਲੋਹਾਰ ਪਿੰਡ ਦੇ ਵਿੱਚ ਰਾਣਾ ਰਾਏ ਰਹਿੰਦਾ। ਰਾਣਾ ਰਾਏ ਦਾ ਟੱਬਰ ਵੱਡਾ ਹੋਇਆ। ਉਹਦਾ ਇੱਕ ਪੁੱਤ ਹੋਇਆ ਜਿਹਦਾ ਨਾਮ ਆ ਰਾਏ ਭੋਏ। ਸਿੱਖ ਬੈਠੇ ਜੇ, ਰਾਏ ਭੋਏ ਦਾ ਨਾਂ ਤੇ ਕਿਤੇ ਨਾ ਕਿਤੇ ਸੁਣਿਆ ਹੀ ਹੋਊਗਾ।
ਪਤਾ ਹੋਣਾ ਚਾਹੀਦਾ ਤੁਹਾਨੂੰ ਪਹਿਲ ਦੇ ਆਧਾਰ ਤੇ ਵੀ ਰਾਏ ਭੋਏ ਕੌਣ ਆ ਤੇ ਰਾਏ ਭੋਏ ਦਾ ਸਾਡੇ ਨਾਲ ਸੰਬੰਧ ਕੀ ਆ। ਰਾਣਾ ਰਾਏ ਦਾ ਇੱਕ ਪੁੱਤ ਆ ਜਿਹਦਾ ਨਾਮ ਆ ਰਾਏ ਭੋਏ। ਜਦੋਂ ਟੱਬਰ ਵੱਡਾ ਹੋਇਆ, ਜ਼ਮੀਨ ਦੀ ਵੰਡ ਹੋਈ, ਜਾਇਦਾਦ ਦੀ ਵੰਡ ਹੋਈ, ਰਾਏ ਭੋਏ ਦੇ ਹਿੱਸੇ ਜਿਹੜਾ ਇਲਾਕਾ ਆਇਆ, ਉਹਨੇ ਉਸ ਇਲਾਕੇ ਵਿੱਚ ਜਾ ਕੇ ਇੱਕ ਪਿੰਡ ਵਸਾਇਆ ਜਿਹਦਾ ਨਾਂ ਰੱਖਿਆ ਜਾਂਦਾ ਰਾਏ ਭੋਏ ਦੀ ਤਲਵੰਡੀ। ਹੁਣ ਤੇ ਸਮਝ ਲੱਗੀ ਹੋ ਕਿ ਰਾਏ ਭੋਏ ਦੀ ਤਲਵੰਡੀ ਕੀ ਆ। ਤਲਵੰਡੀ ਕੀ ਆ? ਤਲ ਦਾ ਮਤਲਬ ਹੈ ਧਰਤੀ, ਵੱਡੀ ਦਾ ਮਤਲਬ ਹੈ ਵੰਡਣਾ। ਮੈਨੂੰ ਨਹੀਂ ਪਤਾ ਤੁਹਾਡੇ ਲਾਗੇ ਛਾਗੇ ਕੋਈ ਤਲਵੰਡੀ ਪਿੰਡ ਹੈਗਾ ਕਿ ਨਹੀਂ ਹੈਗਾ, ਪਰ ਇੱਕ ਚੀਜ਼ ਆ, ਤਲਵੰਡੀ ਪਿੰਡ ਕਦੀ ਇਕੱਲਾ ਨਹੀਂ ਹੁੰਦਾ। ਤਲਵੰਡੀ ਦੇ ਜਾਂ ਤੇ ਅੱਗੇ ਕੁਝ ਲੱਗੂਗਾ ਜਾਂ ਤਲਵੰਡੀ ਦੇ ਮਗਰ ਕੁਝ ਲੱਗੂਗਾ, ਕਿਉਂਕਿ ਤਲਵੰਡੀ ਪਿੰਡ ਵਸਦਾ ਹੀ ਉੱਥੇ ਆ ਜਿਹੜਾ ਪਿੰਡ ਕਿਸੇ ਦੀ ਵੰਡ ਵਿੱਚ ਆਇਆ ਹੋਵੇ। ਉਦਾਹਰਨ ਤੁਹਾਡੇ ਸਾਹਮਣੇ ਆ, ਤਲਵੰਡੀ ਸਾਬੋ ਕੀ, ਤਲਵੰਡੀ ਚੌਧਰੀਆਂ ਦੀ, ਤਲਵੰਡੀ ਬਖਤਾ, ਤਲਵੰਡੀ ਰਾਮਾ, ਤਲਵੰਡੀ ਸੋਭਾ ਸਿੰਘ, ਤਲਵੰਡੀ ਦਸੌਂਦਾ ਸਿੰਘ, ਜਿੰਨੇ ਕੁ ਮੈਨੂੰ ਪਤਾ। ਤਲਵੰਡੀ ਪਿੰਡ ਕਦੀ ਵੀ ਕਿਤੇ ਇਕੱਲਾ ਨਹੀਂ ਹੁੰਦਾ, ਜਾਂ ਤਲਵੰਡੀ ਦੇ ਅੱਗੇ ਕੁਝ ਲੱਗਦਾ ਹੈ ਜਾਂ ਤਲਵੰਡੀ ਦੇ ਮਗਰ ਕੁਝ ਲੱਗਦਾ ਹੈ। ਇਹ ਜਿਹੜਾ ਪਿੰਡ ਬਣਿਆ ਇਹ ਰਾਏ ਭੋਏ ਦੇ ਹਿੱਸੇ ਦਾ ਬਣਿਆ, ਇਸ ਕਰਕੇ ਇਸ ਪਿੰਡ ਦਾ ਨਾਮ ਬਣਿਆ ਰਾਏ ਭੋਏ ਦੀ ਤਲਵੰਡੀ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਉਹ ਪੱਠੇਵਿੰਡ ਪਿੰਡ ਦੇ ਵਿੱਚੋਂ ਇੱਕ ਪਟਵਾਰੀਆਂ ਦਾ ਟੱਬਰ ਉੱਠਿਆ। ਪਟਵਾਰੀਆਂ ਦੇ ਟੱਬਰ ਦੇ ਮੁਖੀ ਦਾ ਨਾਂ ਸੀ ਸ਼ਿਵ ਰਾਮ ਬੇਦੀ। ਸ਼ਿਵ ਰਾਮ ਬੇਦੀ ਦਾ ਪੁੱਤਰ ਆ ਰਾਮ ਨਾਰਾਇਣ ਬੇਦੀ। ਰਾਮ ਨਾਰਾਇਣ ਬੇਦੀ ਦੇ ਦੋ ਪੁੱਤ ਆ, ਇੱਕ ਦਾ ਨਾਮ ਆ ਬਾਬਾ ਕਾਲੂ, ਜਿਹਨੂੰ ਤੁਸੀਂ ਮਹਿਤਾ ਕਾਲੂ ਕਹਿੰਦੇ ਹੋ, ਇੱਕ ਦਾ ਨਾਮ ਆ ਬਾਬਾ ਲਾਲੂ। ਇਹ ਪਰਿਵਾਰ ਜਾ ਕੇ ਤੇ ਰਾਏ ਭੋਏ ਦੀ ਤਲਵੰਡੀ 'ਚ ਵਸਿਆ। ਇਹ ਟੱਬਰ ਪਟਵਾਰੀਆਂ ਦਾ ਟੱਬਰ ਵਸਦਾ ਸੀ, ਇਸ ਕਰਕੇ ਆਪਾਂ ਕਹਿੰਦੇ ਮਹਿਤਾ ਕਾਲੂ ਪਟਵਾਰੀ ਸੀ। ਉਹਦਾ ਬਾਪ ਵੀ ਪਟਵਾਰੀ ਸੀ, ਉਹਦਾ ਦਾਦਾ ਵੀ ਗਾਂ ਪਟਵਾਰੀ ਸੀ। ਪਟਵਾਰੀ ਕੀ ਹੁੰਦਾ? ਪੱਟ ਦਾ ਮਤਲਬ ਆ ਕੱਪੜਾ, ਵਾਰੀ ਦਾ ਮਤਲਬ ਆ ਪੜ੍ਹਨਾ। ਤੁਹਾਡੇ ਜੋ ਕਿਸੇ ਕੋਈ ਪਟਵਾਰੀ ਬੈਠਾ ਹੋਵੇ ਜਾਂ ਪਟਵਾਰੀਆਂ ਦੇ ਨਾਲ ਤੁਹਾਡਾ ਵਾਹ ਵਾਸਤਾ ਪਿਆ ਹੋਵੇ, ਤੁਸੀਂ ਅੱਜ ਵੀ ਪਟਵਾਰੀ ਨੂੰ ਸੱਦੋ ਤੇ ਕਿਤੇ ਨਕਸ਼ਾ ਕਢਾਉਣਾ ਹੋਵੇ, ਪਟਵਾਰੀ ਦੇ ਹੱਥ 'ਚ ਅੱਜ ਵੀ ਇੱਕ ਕੱਪੜਾ ਹੁੰਦਾ ਤੇ ਕੱਪੜੇ ਤੋਂ ਨਕਸ਼ੇ ਪੜਦਾ ਵਾ ਵੀ ਆਹ ਲੈਣ ਇਹਨੂੰ ਜਾਣੀ ਆ, ਆਹ ਗਲੀ ਇਹਨੂੰ ਜਾਣੀ ਆ। ਪੱਟ ਦਾ ਮਤਲਬ ਕੱਪੜਾ, ਵਾਰੀ ਦਾ ਮਤਲਬ ਪੜ੍ਹਨਾ। ਜਿਹੜਾ ਬੰਦਾ ਕੱਪੜੇ ਤੋਂ ਨਕਸ਼ੇ ਪੜ੍ਹਨੇ ਜਾਣਦਾ ਸੀ ਉਹਨਾਂ ਦਿਨਾਂ 'ਚ, ਉਹਨਾਂ ਬੰਦਿਆਂ ਨੂੰ ਪਟਵਾਰੀ ਕਿਹਾ ਜਾਂਦਾ। ਅੱਜ ਵੀ ਪਟਵਾਰੀ ਦੇ ਹੱਥ 'ਚ ਜਿਹੜਾ ਨਕਸ਼ਾ ਬਣਿਆ ਹੁੰਦਾ ਉਹ ਕੱਪੜੇ ਦੇ ਉੱਤੇ ਹੀ ਬਣਿਆ ਹੁੰਦਾ ਹੈ। ਸ਼ਿਵ ਰਾਮ ਬੇਦੀ ਦਾ ਪੁੱਤਰ ਰਾਮ ਨਾਰਾਇਣ ਬੇਦੀ। ਰਾਮ ਨਾਰਾਇਣ ਬੇਦੀ ਦੇ ਦੋ ਪੁੱਤਰ ਬਾਬਾ ਕਾਲੂ ਤੇ ਬਾਬਾ ਲਾਲੂ। ਬਾਬੇ ਕਾਲੂ ਦੇ ਘਰ ਮਹਿਤਾ ਨਾਂ ਨਹੀਂ ਹੈਗਾ ਕਿਤੇ ਵੀ, ਜਿਹੜਾ ਆਪਾਂ ਕਹਿੰਦੇ ਨਾ ਮਹਿਤਾ ਕਾਲੂ, ਮਹਿਤਾ ਕਾਨੂੰਗੋ ਨੂੰ ਕਹਿੰਦੇ ਆ। ਪਟਵਾਰੀਆਂ ਦਾ ਟੱਬਰ ਸੀ। ਬਾਬਾ ਕਾਲੂ ਪ੍ਰਮੋਸ਼ਨ ਕਰਕੇ ਜਦੋਂ ਕਾਨੂੰਗੋ ਬਣਿਆ, ਫਿਰ ਉਹਦੇ ਅੱਗੇ ਲੱਗੇ ਮਹਿਤਾ ਸ਼ਬਦ ਲੱਗਦਾ ਵਾ। ਮਹਿਤਾ ਕਾਨੂੰਗੋ ਦੇ ਬਰਾਬਰ ਹੁੰਦਾ ਵਾ। ਅਸਲੀ ਨਾਂ ਕਲਿਆਣ ਦਾਸ ਆ ਜਾਂ ਬਾਬਾ ਕਾਲੂ ਆ। ਮਹਿਤਾ ਕਾਲੂ ਇੱਕ ਅਹੁਦੇ ਦਾ ਨਾਂ ਹੈ, ਜਿਹਦੇ ਕਰਕੇ ਆਪਾਂ ਮਹਿਤਾ ਕਹਿ ਦਿੰਦੇ ਆ। ਮਹਿਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਆਉਂਦਾ, ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਮਹਿਤਾ ਨਾਂ ਨਹੀਂ ਹੈਗਾ, ਮਹਿਤਾ ਅਹੁਦੇ ਦਾ ਨਾਮ ਆ। ਹੁਣ ਮਹਿਤਾ ਕਲਿਆਣ ਦਾਸ ਦੇ ਘਰ 1464 ਨੂੰ ਇੱਕ ਲੜਕੀ ਜਨਮ ਲੈਂਦੀ ਆ ਜਿਹਦਾ ਨਾਂ ਰੱਖਿਆ ਜਾਂਦਾ ਨਾਨਕੀ, ਜਿਹਨੂੰ ਤੁਸੀਂ ਬੇਬੇ ਨਾਨਕੀ ਕਹਿ ਕੇ ਯਾਦ ਕਰਦੇ। ਨਾਨਕੀ ਕਿਉਂ? ਬਹੁਤ ਚਿਰ ਸਾਡੇ ਮਾਝੇ ਵਿੱਚ ਇੱਕ ਰਿਵਾਜ ਰਿਹਾ ਹੈ, ਖਾਸ ਤੌਰ ਤੇ ਹੁਣ ਰਿਵਾਜ ਨਹੀਂ ਹੈਗਾ, ਕਿ ਘਰ ਵਿੱਚ ਜਦੋਂ ਪਲੇਠੀ ਦਾ ਧੀ ਪੁੱਤ ਜਨਮ ਲੈਂਦਾ ਸੀ ਉਹ ਆਪਣੇ ਨਾਨਕੇ ਪਿੰਡ ਜਨਮ ਲੈਂਦਾ ਸੀ। ਕੁਦਰਤੀ ਤੌਰ ਤੇ ਪੁਰਾਣਾ ਬਜ਼ੁਰਗਾਂ ਦਾ ਇੱਕ ਰਿਵਾਜ ਸੀ, ਕਿਉਂਕਿ ਧੀ ਨੂੰ ਜਿੰਨੇ ਤਰੀਕੇ ਨਾਲ ਮਾਂ ਸਮਝ ਸਕਦੀ ਆ, ਹੋਰ ਕੋਈ ਰਿਸ਼ਤਾ ਨਹੀਂ ਸਮਝ ਸਕਦਾ। ਮਾਂ ਧੀ ਦੇ ਸਭ ਤੋਂ ਨੇੜੇ ਹੁੰਦੀ ਆ। ਤੇ ਔਲਾਦ ਨੂੰ ਜਨਮ ਦੇਣ ਲੱਗਿਆ ਉਸ ਧੀ ਨੂੰ ਉਹਦੇ ਪੇਕੇ ਘਰ ਪਹੁੰਚਾ ਦਿੱਤਾ ਜਾਂਦਾ ਸੀ ਵੀ ਆਪਣੀ ਮਾਂ ਦੇ ਕੋਲ ਰਹਿ, ਤੇਰੀ ਮਾਂ ਤੇਰੇ ਦੁੱਖ ਸੁੱਖ ਵਿੱਚ ਹਾਮੀ ਹੋਵੇਗੀ। ਤੇਰੀ ਮਾਂ ਨੂੰ ਪਤਾ ਵੀ ਬੱਚੀ ਨੂੰ ਸਾਂਭਣਾ ਕਿੱਦਾਂ ਏ। ਇਸ ਕਰਕੇ ਬਹੁਤੇ ਜਨਮ ਬੱਚਿਆਂ ਦਾ ਜੋ ਪਹਿਲਾ ਜਨਮ ਹੁੰਦਾ ਸੀ ਉਹ ਆਪਣੇ ਨਾਨਕੇ ਘਰ ਹੋਇਆ ਕਰਦਾ ਸੀ। ਹੁਣ ਤੇ ਕੋਈ ਨਾਨਕੇ ਦਾਦਕੇ ਵਾਲੀ ਗੱਲ ਨਹੀਂ ਆ, ਵਿਚਲਾ ਜਾਂ ਸੈਂਟਰ ਵਾਲਾ ਹਸਪਤਾਲ ਹੁੰਦਾ ਵਾ। ਨਾਨਕੇ ਦੀ ਹੱਦ ਤੇ ਦਾਦਕੇ ਦੀ ਹੱਦ ਹਸਪਤਾਲ ਦੇ ਵਿੱਚ ਪੈ ਜਾਂਦੀ ਹੈ। ਉਸ ਬੱਚੀ ਦਾ ਜਨਮ ਆਪਣੇ ਨਾਨਕੇ ਘਰ ਹੋਇਆ ਤੇ ਨਾਨੀ ਨੂੰ ਉਹ ਬੱਚੀ ਇੰਨੀ ਸੋਹਣੀ ਲੱਗੀ, ਇੰਨੀ ਪਿਆਰੀ ਲੱਗੀ ਕਿ ਨਾਨੀ ਨੇ ਮੂੰਹ ਚੁੰਮ ਕੇ ਆਖਿਆ ਇਹ ਤੇ ਨਾਨਕਿਆਂ ਦੀ ਆ।
ਉਹਨੇ ਨਾਨਕਿਆਂ ਦੀ ਕੀ ਆਖਿਆ? ਉਸ ਬੱਚੀ ਦਾ ਨਾਂ ਪੈ ਜਾਂਦਾ ਨਾਨਕੀ, ਜਿਹੜੀ ਗੁਰੂ ਨਾਨਕ ਦੀ ਵੱਡੀ ਭੈਣ ਸੀ, ਜਿਹਨੂੰ ਅਸੀਂ ਬੇਬੇ ਨਾਨਕੀ ਕਹਿੰਦੇ ਆ। ਇੱਕ ਤੁਹਾਡੇ ਗਿਆਤ 'ਚ ਵਾਧਾ ਕਰਾਂ, ਸਿੱਖ ਹਿਸਟਰੀ ਨੂੰ ਪੜ੍ਹੋ, ਤੁਹਾਡੇ ਸਾਹਮਣੇ 3 ਨਾਨਕੀਆਂ ਆਉਣਗੀਆਂ। 3 ਇਤਿਹਾਸ ਨੂੰ ਪੜ੍ਹਦਿਆਂ 3 ਨਾਨਕੀਆਂ ਦਾ ਜ਼ਿਕਰ ਆਊਗਾ। ਪਹਿਲੀ ਨਾਨਕੀ ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ, ਜਿਹਨੂੰ ਤੁਸੀਂ ਬੇਬੇ ਨਾਨਕੀ ਕਹਿੰਦੇ। ਦੂਜੀ ਨਾਨਕੀ ਹੈ ਮਾਤਾ ਨਾਨਕੀ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੀ ਧਰਮ ਪਤਨੀ, 9ਵੇਂ ਪਾਤਸ਼ਾਹ ਦੀ ਮਾਤਾ, ਜਾਣੀ ਕਿ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਦੀ ਦਾ ਨਾਮ ਮਾਤਾ ਨਾਨਕੀ ਸੀ। ਤੇ ਤੀਸਰੀ ਨਾਨਕੀ ਤੁਹਾਡੇ ਗੁਆਂਢ ਪੈਦਾ ਹੋਈ, ਔਰ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਧੀ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਦੇ ਨਾਲ ਵਿਆਹੀ ਸੀ, ਜਿਹਨੂੰ ਬੇਈਮਾਨ ਧਿਆਨ ਸਿੰਘ ਡੋਗਰੇ ਨੇ ਜ਼ਹਿਰ ਦੇ ਕੇ ਮਰਵਾਇਆ ਸੀ। ਇਹਦਾ ਨਾਂ ਸੀ ਬੀਬੀ ਨਾਨਕੀ। ਇਹ 3 ਨਾਨਕੀਆਂ ਸਾਡੇ ਇਤਿਹਾਸ ਅੰਦਰ ਆਉਂਦੀਆਂ ਨੇ। ਬੇਬੇ ਨਾਨਕੀ ਦੇ ਜਨਮ ਤੋਂ 5 ਸਾਲਾਂ ਬਾਅਦ ਆਪ ਨਾਰਾਇਣ ਕਲਾਂ ਧਾਰ ਜਗ ਮੈਂ ਪਰਵਰਿਓ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ। ਬਾਬੇ ਨਾਨਕ ਨੇ 4 ਉਦਾਸੀਆਂ ਕੀਤੀਆਂ। ਜਦੋਂ ਤੀਸਰੀ ਉਦਾਸੀ ਕਰਕੇ ਬਾਬਾ ਨਾਨਕ ਅਰਬ ਵਾਲੇ ਪਾਸਿਓਂ ਵਾਪਸ ਆਵੇ, ਰਾਹ ਦੇ ਵਿੱਚ ਇੱਕ ਸ਼ਹਿਰ ਪੈਂਦਾ, ਸ਼ਹਿਰ ਦਾ ਨਾਂ ਹੈ ਏਮਨਾਬਾਦ। ਏਮਨਾਬਾਦ ਸ਼ਹਿਰ ਦੇ ਬਾਹਰ ਇੱਕ ਰੋਖਿਆ, ਰੋੜਾਂ ਦੀ ਵਿਛਾਈ ਕਰਕੇ ਬਾਬਾ ਨਾਨਕ ਬਹਿ ਗਿਆ। ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਸ਼ਬਦ ਗਾ, ਬਾਣੀ ਪੜ੍ਹੀਏ। ਬਾਣੀ ਪੜ੍ਹਦਿਆਂ ਬਾਬੇ ਨੇ ਆਖਿਆ, ਮਰਦਾਨਿਆ ਮੇਰੇ ਯਾਰ ਨੂੰ ਤੇ ਘਰੋਂ ਸੱਦ ਕੇ ਲਿਆ। ਯਾਰ ਕੌਣ ਆ? ਉਹਦਾ ਨਾਂ ਹੈ ਭਾਈ ਲਾਲੋ। ਉਮਰ ਵਿੱਚ ਗੁਰੂ ਨਾਨਕ ਤੋਂ 17 ਸਾਲ ਵੱਡਾ, ਪੂਰੇ 17 ਸਾਲ। ਜਾ ਮੇਰੇ ਯਾਰ ਨੂੰ ਘਰੋਂ ਸੱਦ ਕੇ ਲਿਆ ਕਿ ਤੈਨੂੰ ਨਾਨਕ ਬੁਲਾਉਂਦਾ। ਭਾਈ ਮਰਦਾਨਾ ਭੱਜਾ ਗਿਆ, ਭਾਈ ਲਾਲੋ ਦਾ ਦਰਵਾਜ਼ਾ ਜਾ ਕੇ ਖੜਕਾਇਆ। ਲਾਲੋ ਤਾਂ ਉੱਠ, ਤੈਨੂੰ ਜਗਤ ਦਾ ਗੁਰੂ ਨਾਨਕ ਯਾਦ ਪਿਆ ਕਰਦਾ। ਭਾਈ ਲਾਲੋ ਉੱਠਿਆ, ਪੈਰਾਂ ਤੋਂ ਜੋੜਾ ਲਾ ਦਿੱਤਾ, ਨੰਗੇ ਪੈਰੀਂ ਭੱਜਾ ਜਿੱਥੇ ਬਾਬਾ ਨਾਨਕ ਬੈਠਾ ਹੈ। ਸਾਹਮਣੇ ਆ ਕੇ ਤੇ ਨਿਸਰ ਹੋ ਕੇ ਲੰਮੇ ਪੈ ਕੇ ਡੰਡੌਤ ਬੰਦਨ ਕਰਕੇ ਆਖਿਆ, ਬਾਬਾ ਧੰਨ ਭਾਗ ਨੇ ਮੇਰੇ, ਧੰਨ ਭਾਗ ਨੇ, ਧੰਨ ਭਾਗ ਨੇ। ਲੋਕੀ ਤੈਨੂੰ ਯਾਦ ਕਰਦੇ ਆ, ਤੂੰ ਮੈਨੂੰ ਯਾਦ ਕੀਤਾ ਵਾ। ਦੇਖੋ ਫਰਕ ਹੁੰਦਾ ਨਾ। ਹੁਣ ਤੁਹਾਨੂੰ ਗੁਰਦੁਆਰੇ ਆਵਾਜ਼ ਵੱਜੇ, ਸੰਗਤ ਜੀ ਆਓ, ਸੰਗਤ ਜੀ ਆਓ, ਉਦੋਂ ਇਹ ਨਾ ਸੋਚਿਆ ਕਰੋ ਵੀ ਫਲਾਣਾ ਤੁਰ ਪਿਆ ਤੇ ਅਸੀਂ ਠਹਿਰ ਕੇ ਚੱਲ ਜਾਗੇ। ਸਪੀਕਰ ਤੋਂ ਆਵਾਜ਼ ਹਾਰੀ ਸਾਰੀ ਬੰਦੇ ਨੂੰ ਨਹੀਂ ਵੱਜਦੀ, ਤੇ ਸਪੀਕਰ ਹੋਵੇ ਗੁਰੂ ਨਾਨਕ ਦੇ ਘਰ ਦਾ, ਤੇ ਉੱਥੋਂ ਜਦੋਂ ਆਵਾਜ਼ ਵੱਜੇ ਨਾ ਸੰਗਤੀ ਰੂਪ ਦੇ ਵਿੱਚ, ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਕੇ ਵੀ ਪਹੁੰਚਿਆ ਕਰੋ, ਕਿਉਂਕਿ ਵਾਜਾ ਗੁਰੂ ਨਾਨਕ ਦੇ ਘਰੋਂ ਵੱਜਾ ਹੁੰਦਾ ਤੁਹਾਨੂੰ। ਤੇ ਜਿਹਨੂੰ ਗੁਰੂ ਨਾਨਕ ਦੇ ਘਰੋਂ ਆਵਾਜ਼ ਵੱਜੇ ਵੀ ਆ ਜਾ, ਕਿੱਡੇ ਕਰਮ ਚੰਗੇ ਹੋਣਗੇ ਕਿ ਗੁਰੂ ਨਾਨਕ ਦੇ ਸਾਹਮਣੇ ਬਹਿਣ ਦਾ ਮੌਕਾ ਮਿਲੇ। ਭਾਈ ਲਾਲੋ ਸਾਹਮਣੇ ਬਹਿ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਮੁਸਕਰਾ ਕੇ ਆਖਿਆ, ਸੁਣਾ ਭਾਈ ਲਾਲੋ, ਕੀ ਹਾਲ ਚਾਲ ਆ ਤੇਰਾ? ਕਹਿੰਦਾ ਬਾਬਾ ਠੀਕ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਦੋਂ ਪਹਿਲੀ ਵਾਰੀ ਆਏ ਸਾਂ ਮਲਕ ਭਾਗੋ ਦਾ ਹੰਕਾਰ ਤੋੜਿਆ ਸੀ, ਹੁਣ ਦੂਜੀ ਵਾਰੀ ਆਏ ਆ, ਸੁਣਾ ਥੋੜਾ ਬਹੁਤਾ ਕੰਮ ਸੁਧਰਿਆ ਕਿ ਨਹੀਂ? ਅੱਗੇ ਨੂੰ ਵੀ ਜਿਆਦੀ ਤਾਣੀ ਉਲਝੀ ਪਈ ਆ, ਸੁਣਾ ਆਪਣੇ ਸ਼ਹਿਰ ਦੀ ਕੋਈ ਗੱਲਬਾਤ। 13 ਸਾਲਾਂ ਬਾਅਦ ਮੁਲਾਕਾਤ ਹੋਈ ਆ ਭਾਈ ਲਾਲੋ ਦੀ ਤੇ ਗੁਰੂ ਨਾਨਕ ਦੀ, ਦੂਜੀ ਮੁਲਾਕਾਤ। ਪਰ ਜਿਹਦੇ ਨਾਲ ਅੰਦਰੋਂ ਪਿਆਰ ਹੋ ਜਾਵੇ, ਜਿਹਦੇ ਨਾਲ ਅੰਦਰੋਂ ਨੇਹ ਬਣ ਜਾਵੇ, ਉਹ ਕਿੰਨੇ ਵੀ ਸਾਲਾਂ ਬਾਅਦ ਮਿਲੇ ਤੇ ਬੰਦਾ ਕਹਿੰਦਾ ਐਂ ਜਾਪਦਾ ਜਿਵੇਂ ਕੱਲ ਮਿਲੇ ਸਾਂ। ਪਹਿਲੀ ਵਾਰੀ ਜਦੋਂ ਗੁਰੂ ਨਾਨਕ ਭਾਈ ਲਾਲੋ ਦੇ ਘਰ ਗਿਆ ਨਾ, ਤੇ ਗੁਰੂ ਨਾਨਕ ਪਾਤਸ਼ਾਹ ਦਾ ਬੂਹਾ ਖੜਕਾ ਕੇ ਆਖਿਆ, ਭਾਈ ਬੂਹਾ ਖੋਲ। ਭਾਈ ਲਾਲੋ ਨੇ ਬੂਹਾ ਤੇ ਖੋਲ ਲਿਆ, ਪਰ ਅੰਦਰ ਨਾ ਨਗਾਵੇ ਬਾਬੇ ਨੂੰ। ਪਹਿਲੀ ਵਾਰੀ ਜਦੋਂ ਮਿਲੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਬੂਹੇ 'ਚ ਗੁਜ਼ਾਰਾ ਕਰਾ ਦੇਣਾ ਕਿ ਅੰਦਰ ਵੀ ਖੜਨਾ? ਕਹਿੰਦਾ ਮੈਂ ਤੇ ਇਹ ਵੇਖਦਾ ਕਿ ਮੇਰੇ ਬੂਹੇ ਦੇ ਖਲੋ ਕੇ ਵੀ ਮੈਨੂੰ ਕੋਈ ਭਾਈ ਕਹਿ ਕੇ ਆਵਾਜ਼ ਮਾਰ ਸਕਦਾ। ਮੈਂ ਜਾਤ ਦਾ ਤਰਖਾਣ ਬੰਦਾ, ਕਿੱਲੇ ਘੜਨਾ ਸਾਡਾ ਕੰਮ, ਲੋਕਾਂ ਦੇ ਕੰਮ ਕਰਨਾ ਸਾਡਾ ਕੰਮ। ਲੋਕੀ ਦੇ ਮੇਰੇ ਕੰਮ ਦੇ ਹਿਸਾਬ ਨਾਲ ਨਿੱਕੇ ਨਿੱਕੇ ਨਿਆਣੇ ਵੀ ਆਉਣ ਤੇ ਉਹ ਵੀ ਮੇਰੇ ਬੂਹੇ ਤੇ ਆ ਕੇ ਆਵਾਜ਼ ਮਾਰਦੇ, ਉਹ ਲਾਲੋ ਬੂਹਾ ਖੋਲ। ਇਦਾਂ ਹੀ ਆ ਨਾ, ਗੁਣੀ ਬੰਦਾ ਜਿੰਨਾ ਮਰਜ਼ੀ ਹੋਵੇ, ਜੇ ਰੋਟੀ ਨਾ ਪੱਕਦੀ ਹੋਵੇ ਤੇ ਨਖਿੱਧ ਤੋਂ ਨਖਿੱਧ ਬੰਦਾ ਵੀ ਉਹਨੂੰ ਓਏ ਕਹਿੰਦਾ। ਤੇ ਗੱਡੀ ਮਹਿੰਗੀ ਹੋਵੇ, ਕੋਠੀ ਵੱਡੀ ਹੋਵੇ, ਤੇ ਭਾਵੇਂ ਉਹਨੇ ਸਾਰੇ ਜਹਾਨ ਦਾ ਚਿੱਟਾ ਕਿਉਂ ਨਾ ਵੇਚਿਆ ਹੋਵੇ, ਤੇ ਲੋਕੀ ਸਰਦਾਰ ਜੀ ਕਹਿੰਦੇ ਉਹਦੇ, ਸਰਦਾਰ, ਕਿਉਂਕਿ ਕੱਪੜੇ ਬੋਲਦੇ ਆ ਨਾ। ਆਪਾਂ ਕੱਪੜਿਆਂ ਦੇ ਪੁਜਾਰੀ ਆ।
ਇੱਕ ਵਿਦਵਾਨ ਕਹਿੰਦਾ ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸਰਾਮ। ਬੰਦਾ ਉਹ ਹੀ ਆ, ਘਰਦਿਆਂ ਨੇ ਨਾਂ ਰੱਖਿਆ ਪਰਸਰਾਮ। ਰੋਟੀ ਪੱਕੇ ਨਾ, ਗਰੀਬੀ ਬੜੀ ਤੇ ਲੋਕੀ ਬੂਹੇ ਦੇ ਆਵਾਜ਼ ਪਤਾ ਕਿੱਦਾਂ ਮਾਰਦੇ ਉਹਦੇ, ਓਏ ਪਰਸੂ। ਕੱਪੜੇ ਮਾੜੇ ਸੀ ਨਾ, ਘਰ ਛੋਟਾ ਸੀ, ਰੋਟੀ ਪੱਕੇ ਨਾ ਪਰਸੂ ਹੋ ਗਿਆ। ਤੇ ਪਰਸੂ ਮਾੜੀ ਜੀ ਰੋਟੀ ਖਾਣ ਲੱਗ ਪਿਆ, ਕੰਮ ਥੋੜਾ ਜਿਹਾ ਲੀਹ ਤੇ ਚੜ ਗਿਆ ਤੇ ਲੋਕੀ ਪਰਸੂ ਤੋਂ ਪਰਸੇ ਤੇ ਆ ਜਾਂਦੇ ਆ। ਤੇ ਉਹੋ ਹੀ ਪਰਸਾ ਮੁੜ ਕੇ ਸਰਪੰਚ ਬਣ ਜੇ, ਉਹੋ ਹੀ ਪਰਸਾ ਮੁੜ ਕੇ MLA ਬਣ ਜੇ। ਤੇ ਲੋਕੀ ਕਹਿੰਦੇ ਪਰਸਰਾਮ ਜੀ ਕੀ ਹਾਲ ਆ? ਬੰਦਾ ਨਹੀਂ ਬੋਲਦਾ, ਪੈਸੇ ਬੋਲਦੇ ਆ। ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸਰਾਮ। ਪੈਸਾ ਇੱਕ ਇਹੋ ਜਿਹੀ ਚੀਜ਼ ਆ, ਵੱਡੇ ਵੱਡੇ ਗੂੰਗੇ ਬੋਲਣੇ ਲਾ ਦਿੰਦਾ, ਤੇ ਜਿਹਦੀ ਜੇਬ 'ਚ ਨਾ ਹੋਵੇ ਤੇ ਵੱਡੀ ਵੱਡੀ ਜ਼ਬਾਨ ਵਾਲੇ ਗੂੰਗੇ ਕਰਕੇ ਰੱਖ ਦਿੰਦਾ। ਭਾਈ ਲਾਲੋ ਪਹਿਲੀ ਵਾਰੀ ਗੁਰੂ ਨਾਨਕ ਮਹਾਰਾਜ ਨੂੰ ਮਿਲਿਆ ਤੇ ਕਹਿੰਦਾ ਬਾਬਾ, ਪਹਿਲੀ ਤੇ ਗੱਲ ਮੇਰੇ ਬੂਹੇ ਤੇ ਆ ਕੇ ਮੈਨੂੰ ਭਾਈ ਕਹਿਣਾ ਕਿਸੇ ਨੇ ਨਹੀਂ। ਮੈਂ ਵੇਖਦਾ ਵੀ ਗਰੀਬ ਬੰਦੇ ਨੂੰ ਵੀ ਮਾਣ ਕੋਈ ਦੇ ਸਕਦਾ। ਤੇ ਗੁਰੂ ਨਾਨਕ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਭਾਈ ਲਾਲੋ ਮੈਂ ਯਾਰ ਹੀ ਗਰੀਬਾਂ ਦਾ, ਮੇਰੀ ਤੇਰੇ ਵਰਗਿਆਂ ਨਾਲ ਨਿਭਦੀ ਆ, ਤੇਰੇ ਵਰਗਿਆਂ ਨਾਲ ਬਣਦੀ ਆ, ਤੇਰੇ ਵਰਗਿਆਂ ਕੋਲ ਬਹਿਣ ਖਲੋਣ ਦਾ ਇੱਕ ਸਵਾਦ ਵੱਖਰਾ। ਹੁਣ ਭਾਈ ਲਾਲੋ ਨੇ ਬਾਬੇ ਨਾਨਕ ਨੂੰ ਅੰਦਰ ਤੇ ਨਗਾ ਲਿਆ, ਪ੍ਰਸ਼ਾਦਾ ਪਾਣੀ ਛਕਾਇਆ ਤੇ ਗਲੀ 'ਚ ਢੋਲ ਵੱਜੇ। ਇਹ ਪਹਿਲੀ ਮੁਲਾਕਾਤ ਦੀ ਗੱਲ ਹੈ, ਜੋ ਪਹਿਲੀ ਵਾਰੀ ਮਿਲੇ ਆ। ਗਲੀ 'ਚ ਵੱਜੇ ਢੋਲ ਤੇ ਢੋਲ ਵਾਲਾ ਪਤਾ ਕੀ ਕਹਿੰਦਾ? ਉਹ ਕਹਿੰਦਾ ਸੁਣੋ ਸੁਣੋ ਸੁਣੋ, ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਕਿ ਸਾਡੇ ਸ਼ਹਿਰ ਦੇ ਸਭ ਤੋਂ ਧਨਾਢ ਬੰਦੇ ਮਲਕ ਭਾਗੋ ਦੇ ਘਰ ਲੱਗਣਾ ਲੰਗਰ 3 ਦਿਨਾਂ ਦਾ। ਦੇਸੀ ਘਿਓ 'ਚ ਸਾਰਾ ਕੁਝ ਬਣੂਗਾ ਤੇ ਕੋਈ ਬੰਦਾ 3 ਦਿਨ ਆਪਣੇ ਘਰ ਚੁੱਲ੍ਹਾ ਨਾ ਬਾਲੇ, ਸਾਰੇ ਰੋਟੀ ਉੱਥੇ ਖਾਣ। ਤੇ ਭਾਈ ਲਾਲੋ ਕਹਿੰਦਾ ਆਪਾਂ, ਬਾਬਾ ਨਾਨਕ ਕਹਿੰਦਾ ਆਪਾਂ ਇੱਥੇ ਬੈਠ ਕੇ ਖਾਵਾਂਗੇ, ਆਪਾਂ ਨਹੀਂ ਜਾਣਾ ਕਿਸੇ ਬੰਦੇ। ਮਲਕ ਭਾਗੋ ਨੇ ਆਪਣੇ ਬੰਦਿਆਂ ਨੂੰ ਪੁੱਛਿਆ ਵੀ ਸਾਰੇ ਆ ਗਏ? ਕਹਿੰਦਾ ਸਾਰੇ ਆ ਗਏ। ਲੋਕੀ ਤਾਂ 3-3 ਦਿਨ ਵਾਰੀ ਡੋਲ ਭਰਾ ਕੇ ਘਰਾਂ ਨੂੰ ਲਈ ਜਾਂਦੇ, ਇੱਥੇ ਮੁੱਕਣ ਕੱਖ ਨਹੀਂ ਡਿਆ। ਲੋਕੀ ਤੇ ਉਲਟ ਕੇ ਆਉਂਦੇ, ਜਿਹੜੇ ਰੱਜੇ ਆ ਉਹ ਵੀ ਦੋਰੀ ਵਾਰੀ ਬਈ ਜਾਂਦੇ ਲੈਣਾ ਦੇ ਵਿੱਚ। ਨਵੀਂ ਆਈਟਮ ਸ਼ੁਰੂ ਕਰੋ, ਰੱਜੇ ਵੀ ਭੱਜ ਕੇ ਲੈਣ ਅਗਲੇ ਬੰਨੇ ਲਾ ਲੈਂਦੇ। ਸਾਡਾ ਸੁਭਾਅ ਆ ਨਾ। ਤੇ ਕਹਿੰਦਾ ਬਸ 2 ਬੰਦੇ ਨਹੀਂ ਆਉਂਦੇ। ਇਹਦਾ ਕੌਣ? ਇਹਦਾ ਲਾਲੋ ਤਰਖਾਣ ਦੇ ਘਰ ਬੈਠਾ ਇੱਕ ਬਾਬਾ ਨਾਨਕ, ਇੱਕ ਉਹਦਾ ਸਾਥੀ ਮਰਦਾਨਾ ਤੇ ਇੱਕ ਉਹ ਆ। ਇਹ ਬੰਦੇ ਨਹੀਂ ਆਉਂਦੇ, ਪਤਾ ਨਹੀਂ ਕੀ ਕਰ ਰਿਹਾ। ਕਹਿੰਦਾ ਜ਼ਬਰਦਸਤੀ ਲੈ। ਮਲਕ ਭਾਗੋ ਨੇ ਬੰਦੇ ਭੇਜੇ ਜ਼ਬਰਦਸਤੀ। ਗੁਰੂ ਨਾਨਕ ਨੂੰ ਆਖਿਆ ਚੱਲ ਭਾਈ। ਬਾਬਾ ਨਾਨਕ ਕਹਿੰਦਾ ਵੀ ਚੱਲਦੇ ਆ। ਭਾਈ ਲਾਲੋ ਨੂੰ ਆਖਿਆ ਵੀ ਜਿਹੜਾ 1-2 ਦਿਨ ਪਹਿਲਾਂ ਦਾ ਪ੍ਰਸ਼ਾਦਾ ਜੋ ਵੀ ਆਪਾਂ ਸੁੱਕਾ ਮਾੜਾ ਮੋਟਾ ਸ਼ਕਲ ਜੇਬ 'ਚ ਪਾਲਾ, ਲੋੜ ਪੈਣੀ ਉਹਦੀ। ਹੁਣ ਭਾਈ ਲਾਲੋ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਲਕ ਭਾਗੋ ਦੇ ਵਿਹੜੇ ਵੱਲ ਨੂੰ ਤੁਰਿਆ ਤੇ ਖੁਸ਼ਬੂਆਂ 2-2 ਬਾਜ਼ਾਰ ਛੱਡ ਕੇ ਉੱਥੋਂ ਤੱਕ ਜਾਣ। ਤੇ ਜਾਂਦੇ ਸਾਰ ਮਲਕ ਭਾਗੋ ਨੇ ਰੱਖਿਆ ਢਾਕਾਂ ਤੇ ਹੱਥ, ਕਹਿੰਦਾ ਬਾਬਾ ਕੀ ਗੱਲ ਹੈ, ਮੇਰੇ 'ਚ ਕਮੀ ਕੀ ਆ? ਸਾਰਾ ਸ਼ਹਿਰ ਮੇਰੇ ਘਰ ਆ ਕੇ ਬੈਠਾ ਹੋਵੇ ਤੇ ਤੂੰ ਇਹਦੇ ਘਰ ਬਹਿ ਕੇ ਕੀ ਖੱਟ ਲਿਆ? ਮੇਰੇ ਘਰ ਕਿਉਂ ਨਹੀਂ ਆਉਂਦਾ? ਤੇ ਗੁਰੂ ਨਾਨਕ ਪਾਤਸ਼ਾਹ ਨੇ ਮੁਸਕਰਾ ਕੇ ਆਖਿਆ ਮਲਕ ਭਾਗੋ ਵੇਖ ਕੇ ਜ਼ਹਿਰ ਨਹੀਂ ਖਾਦਾ ਜਾਂਦਾ। ਕਹਿੰਦਾ ਵੇਖ ਕੇ ਜ਼ਹਿਰ? ਮੈਂ ਦੇਸੀ ਘਿਓ ਪਿਓਰ ਵਰਤਿਆ, ਪੂੜੀਆਂ ਪੂੜੇ ਖੀਰਾਂ ਵੇਖ ਕਿੰਨਾ ਕੁਝ ਬਣਾਇਆ, ਤੂੰ ਕਹਿੰਦਾ ਜ਼ਹਿਰ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਖੀਰ ਦਿਸਦੀ ਆ, ਤੈਨੂੰ ਪੂੜੇ ਦੇਸੀ ਘਿਓ ਵਾਲੇ ਦਿਸਦੇ ਆ, ਮੈਨੂੰ ਖੂਨ ਦੀਆਂ ਨਦੀਆਂ ਵਗੰਦੀਆਂ ਦਿਸਣ ਡੀਆਂ ਦੇ ਵਿੱਚੋਂ। ਮੈਨੂੰ ਤਾਂ ਖੂਨ ਦੇ ਝਰਨਾਟੇ ਦਿਖਣ ਡੇ ਇਹਦੇ ਵਿੱਚੋਂ ਵਗਦੇ ਪਏ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਵੱਲ ਵੇਖ ਕੇ ਮਲਕ ਭਾਗੋ ਗੁੱਸੇ ਵਿੱਚ ਆ ਕੇ ਕਹਿੰਦਾ ਬਾਬਾ ਸਾਬਤ ਕਰ ਸਕਦਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਬਤ ਕਰਾਂਗੇ ਸਾਰਾ ਕੁਝ। ਵੇਖੋ ਗੁਰੂ ਨਾਨਕ ਨੇ ਜਿੰਨੇ ਲੋਕ ਹਰਾਏ ਆ ਦਲੀਲਾਂ ਦੇ ਨਾਲ ਹਰਾਏ ਆ। ਅੱਜ ਸਿੱਖਾਂ 'ਚ ਕਮੀ ਪਤਾ ਕੀ ਆ? ਦਲੀਲ ਸਾਡੇ ਕੋਲ ਕੋਈ ਨਹੀਂ ਹੁੰਦੀ, ਗਾਲਾਂ ਦੇ ਉੱਤਰ ਆਉਣੇ ਪੈਂਦੀ, ਸੱਟੇ ਗਾਲੋ ਗਾਲੀ। ਨਹੀਂ ਕੋਈ ਮੇਰੇ ਨਾਲ ਸਹਿਮਤ ਹੈਗਾ ਨਾ, ਉਹਨੂੰ ਗਾਲਾਂ ਹੀ ਲੱਗ ਪੈਣਾ ਬਸ। ਜਦੋਂ ਕਿ ਮਾਵਾਂ ਭੈਣਾਂ ਆਪਾਂ ਸਾਰੇ ਪੁੱਛਦੇ ਹਾਂ ਵੀ ਹਰ ਬੰਦੇ ਦੀਆਂ ਸਾਂਝੀਆਂ ਨੇ, ਜਾਂ ਤੇ ਅਗਲੇ ਨੂੰ ਦਲੀਲ ਨਾ ਹਰਾਓ, ਦਲੀਲ ਏਡੀ ਤਗੜੀ ਦਿਓ ਵੀ ਅਗਲਾ ਹਾਰ ਜਾਵੇ। ਪਰ ਅੱਜ ਸਿੱਖਾਂ ਦੇ ਕੋਲ ਦਲੀਲ ਬਹੁਤ ਘੱਟ ਰਹਿ ਗਈ, ਕਮੀ ਹੈ ਸਾਡੇ 'ਚ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇੱਕ ਗੱਲ ਦੱਸ, ਕਦੀ ਹੱਥੀਂ ਕੰਮ ਕਰਕੇ ਵੇਖਿਆ? ਕਹਿੰਦਾ ਮੈਨੂੰ ਹੱਥੀਂ ਕੰਮ ਕਰਨ ਦੀ ਲੋੜ ਹੀ ਨਹੀਂ। ਆ ਥੱਲੇ ਨੌਕਰ ਚਾਕਰ ਇਹਨੇ ਰੱਖੇ ਆ,
ਇਹਨਾਂ ਦੇ ਵਿੱਚੋਂ ਥੋੜੀ ਬਹੁਤੀ ਕਾਟ ਲਾ ਲਈਦੀ ਆ, ਉਹਦੇ ਨਾਲ ਮੇਰਾ ਕੰਮ ਚੱਲੀ ਜਾਂਦਾ। ਬਾਬਾ ਕਹਿੰਦਾ ਹੈ ਹੋਈ ਤੇ ਬਿਮਾਰੀ ਤੇਰੀ ਕੱਢਣ ਵਾਸਤੇ ਆਇਆ। ਤੂੰ ਕਹਿੰਦਾ ਮੈਂ ਦੇਸੀ ਘਿਓ ਵਰਤਿਆ, ਮੈਂ ਕਹਿੰਦਾ ਤੂੰ ਖੂਨ ਵਰਤਿਆ। ਬਾਬੇ ਨੇ ਇੱਕ ਸ਼ਬਦ ਵਰਤਿਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਤੁਹਾਡੇ ਚੋਂ ਵੀ ਤੇ ਸਾਡੇ ਸਮੇਤ ਕਈ ਬਹੁਤੇ ਬੰਦੇ ਕਹਿੰਦੇ ਨਾ 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 ਆਪਾਂ ਤੇ ਸ਼ਾਕਾਹਾਰੀ ਆ, ਮੀਟ ਮਾਸ ਵਾਲਾ ਬੰਦਾ ਤੇ ਗਲੀ ਨਹੀਂ ਲੰਘਣ ਦਈਦੀ। ਉਹ ਬਾਪੂ ਨੂੰ ਪੁੱਛ ਲਓ, ਜਿਹੜੇ ਸਾਡੇ ਵਰਗੇ ਸਵੇਰੇ ਉੱਠਦਿਆਂ ਹੀ ਕਹਿੰਦੇ ਨਾ 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 ਮਾਸ ਮੱਛੀ ਦੇ ਨੇੜੇ ਨਹੀਂ ਜਾਈਦਾ, ਸਵੇਰੇ ਉੱਠਦਿਆਂ ਹੀ ਖਾ ਲੈਂਦੇ ਆ। ਸਵੇਰੇ ਉੱਠਦੇ ਆ ਪਹਿਲਾਂ ਸ਼ੁਰੂਆਤ ਹੀ ਇੱਥੋਂ ਕਰਦੇ ਆ। ਤੇ ਸ਼ੁਰੂਆਤ ਕਿੱਥੋਂ ਕਰਦੇ ਆ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਿਰਪਾਨ 3 ਦੀ ਬਜਾਏ 6 ਫੁੱਟੀ ਪਾਲਾ। ਜੇ ਪਰਾਇਆ ਹੱਕ ਖਾਣਾ ਹੈ ਤੇ ਰੱਜ ਕੇ ਤੂੰ ਸਮਝ ਲਾ ਵੀ ਬਗਾਨੇ ਦਾ ਮਾਸ ਖਾ ਰਿਹਾ ਤੇ ਖੂਨ ਪੀ ਰਿਹਾ। ਇਸ ਤੋਂ ਵੱਡੀ ਕਹਾਣੀ ਕੋਈ ਨਹੀਂ ਤੇਰੇ ਵਾਸਤੇ। ਤੇ ਹੱਕ ਪਰਾਇਆ ਕਿੱਥੇ ਨਹੀਂ ਖਾਧਾ ਜਾਂਦਾ। ਡਾਕਟਰ ਆਪਣੀ ਜਗ੍ਹਾ ਢਿੱਡ ਲਾ ਰੱਖੀ ਜਾਂਦਾ, ਲੋਕਾਂ ਦੇ ਵਿੱਚ ਜਿਹੜਾ ਦੁਕਾਨ ਤੇ ਚੜ ਗਿਆ ਛਿੱਲ ਲਾ ਰੱਖੀ ਜਾਓ। ਵਕੀਲ ਆਪਣੀ ਜਗ੍ਹਾ ਰੱਖੀ ਜਾਂਦਾ, ਦੋਧੀ ਆਪਣੀ ਜਗ੍ਹਾ ਆਪਣਾ ਗੁਜ਼ਾਰਾ ਕਰੀ ਜਾਂਦਾ ਵੀ ਨਹੀਂ ਅੱਧਾ ਪਾਣੀ ਅੱਧਾ ਦੁੱਧ ਪਾਉਣ ਤੋਂ ਬਿਨਾਂ ਗੁਜ਼ਾਰਾ ਹੀ ਕੋਈ ਨਹੀਂ। ਉਹ ਵੀ ਤੇ ਜਾਂਦੇ ਜਾਂਦੇ ਨਾ ਉਹ ਪਾ ਜਾਂਦਾ ਇੱਕ ਅੱਧਾ ਮੱਗਾ ਗੁਰਦਾਰੇ। ਸ਼ਹੀਦਾਂ ਨੂੰ ਵੀ ਮੱਥਾ ਟੇਕ ਜਾ। ਸ਼ਹੀਦਾਂ ਨੂੰ ਮੱਥਾ ਟੇਕਿਆ ਕੀ ਕਰੂ ਤੇਰਾ? ਸ਼ਹੀਦਾਂ ਨੂੰ ਨਿਰਾ ਪੰਗਲ ਪਿਆ ਕੇ ਤੇ ਸ਼ਹੀਦ ਵੀ ਹੱਸਦੇ ਹੋਣੇ ਆ ਵੀ ਇਧਰੋਂ ਤੇ ਨਾ ਹੀ ਚੰਗਾ ਪਿਆ ਕੇ ਜਾਨੋ ਜਿਹੜਾ ਤੂੰ ਸਾਨੂੰ ਪਾ ਕੇ ਚੱਲਿਆ। ਵੇਖੋ ਕੁਦਰਤੀ ਗੱਲ ਆ। ਹੁਣ ਡਾਕਟਰ ਉੱਠਦਾ ਸਵੇਰੇ, ਉੱਠਦੇ ਸਾਰ ਬਾਬੇ ਦੀਪ ਸਿੰਘ ਦੀ ਫੋਟੋ ਨੂੰ ਮੱਥਾ ਟੇਕਦਾ ਤੇ ਬਾਬਾ ਦੀਪ ਸਿੰਘ ਵੀ ਵੇਖਦਾ ਵੀ ਮੱਥਾ ਮੈਨੂੰ ਬਸ ਘੜੀ ਦੀ ਘੜੀ ਤੋਂ ਟੇਕਿਆ। ਸ਼ਾਮਾਂ ਤੱਕ ਤੂੰ ਲਿਹਾਜ਼ ਕਿਸੇ ਦਾ ਨਹੀਂ ਰੱਖਣਾ। ਸਰਿੰਜਾਂ ਵੀ ਵੇਚਣੀਆਂ ਤੂੰ, ਗੋਲੀ ਗੱਟਾ ਵੀ ਉਹ ਮਗਰਲੇ ਬੰਨੇ ਲਗਾ ਕੇ ਰੱਖਿਆ, ਘਰ ਹੀ ਰੱਖਿਆ ਕਈਆਂ ਨੇ, ਉਹ ਵੀ ਤੂੰ ਨਾਲ ਵੇਚ ਜਾਣਾ। ਮੈਨੂੰ ਮੱਥਾ ਟੇਕਿਆ ਤੇਰਾ ਕੀ ਕਰੂ? ਮੇਰੇ ਨਾਂ ਦੀ ਗੋਲਕ ਤੂੰ ਐਵੇਂ ਹੀ ਲਾਈ ਆ ਵਿਖਾਉਣ ਵਾਸਤੇ। ਸ਼ਹੀਦਾਂ ਦੀ ਗੋਲਕ ਵੀ ਰੱਖੀ ਆ ਜੀ ਦੁਕਾਨ ਦੇ ਵਿੱਚ। ਹੁਣ ਚੌਂਕ 'ਚ ਖਲੋਤਾ ਲੱਖ ਰੁਪਈਆ ਕੁੱਟਣ ਵਾਲਾ ਜਿਹੜਾ ਅਫਸਰ ਆ, ਉਹ ਜੇ ਰਿਕਸ਼ੇ ਵਾਲੇ ਕੋ ਦਿਹਾੜੀ ਵਾਲੇ ਕੋ ਵੀ 150 ਦੀ ਯਾਦ ਰੱਖੇ ਤੇ ਲੱਖ ਲਾਹਣਤ ਨਹੀਂ। ਸਵੇਰੇ ਕਹਿੰਦਾ ਮੈਂ ਬਾਬਾ ਦੀਪ ਸਿੰਘ ਨੂੰ ਮੱਥਾ ਟੇਕਿਆ। ਲਾਹਣਤ ਨਹੀਂ ਉਸ ਬੰਦੇ ਵਾਸਤੇ। ਹੱਕ ਪਰਾਇਆ ਨਾਨਕਾ ਕਿੱਥੇ ਨਹੀਂ ਖਾਧਾ ਜਾਂਦਾ। ਪਰਾਏ ਹੱਕ ਨੂੰ ਵੇਖ ਕੇ ਆਪਣਾ ਜੀ ਲਲਚਾ ਜਾਣਾ ਵੀ ਇਹ ਵੀ ਚੀਜ਼ ਮੇਰੀ ਜੇਬ ਅੰਦਰ ਹੋਵੇ, ਆਹ ਵੀ ਚੀਜ਼ ਮੇਰੀ ਜੇਬ ਅੰਦਰ ਹੋਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸ ਤੋਂ ਵੱਡਾ ਪਾਪ ਕੋਈ ਨਹੀਂ, ਇਸ ਤੋਂ ਵੱਡਾ ਜ਼ੁਲਮ ਕੋਈ। ਇੱਕ ਬੇਨਤੀ ਕਰਨ ਲੱਗਾ, ਪਾਪ ਦੀ ਦੌਲਤ ਪਾਪ ਦੇ ਰਾਹ ਨਿਕਲ ਜਾਂਦੀ ਆ। ਮੇਰੇ ਰਾਹ ਨਾ ਨਿਕਲੂ, ਮੇਰੇ ਧੀਆਂ ਪੁੱਤਾਂ ਦੇ ਰਾਹ ਨਿਕਲੂਗੀ, ਪੱਕੀ ਗਰੰਟੀ ਆ। ਤੁਸੀਂ ਆਮ ਪਿੰਡਾਂ 'ਚ ਵੇਖਿਆ ਲੋਕਾਂ ਨੂੰ, ਲੋਕੀ ਕਹਿੰਦੇ ਜਦੋਂ ਕੋਈ ਬੰਦੇ ਦਾ ਔਖਾ ਦਿਨ ਆਉਂਦਾ ਲੋਕੀ ਕਹਿੰਦੇ ਇਹਦੇ ਪਿਓ ਦਾਦੇ ਨੇ ਕਿਹੜੀ ਘੱਟ ਕੀਤੀ ਸੀ। ਕਰਦਾ ਕੋਈ ਹੈ ਤੇ ਭਰਦਾ ਕੋਈ ਹੈ। ਦੌਲਤ ਅੱਖਾਂ ਦੇ ਸਾਹਮਣੇ ਫਨਾ ਹੁੰਦੀ ਆ। ਕੌਣ ਕਹਿੰਦਾ ਵੀ ਨਿਆਂ ਨਹੀਂ ਹੁੰਦਾ? ਨਿਆਂ ਹੁੰਦਾ ਨਾ ਮੇਰੇ ਰਸਤੇ ਹੋਊਗਾ ਜਾਂ ਮੇਰੇ ਧੀਆਂ ਪੁੱਤਾਂ ਦੇ ਰਸਤੇ ਹੋਊਗਾ। ਜਿਹੜੇ ਤਰੀਕੇ ਨਾਲ ਦੌਲਤ ਕਮਾਈ ਆ ਉਸੇ ਤਰੀਕੇ ਤੁਰ ਜਾਂਦੀ ਹੈ। ਹੱਕ ਸੱਚ ਦੀ ਕਮਾਓ, ਰੋਟੀ ਥੋੜੀ ਖਾ ਲੋਗੇ, ਗੁਜ਼ਾਰਾ ਕਰ ਲੋਗੇ। ਜ਼ੁਲਮ ਦੀ ਕਮਾਓਗੇ ਤੇ ਜ਼ੁਲਮ ਦੇ ਰਾਹ ਹੀ ਲੰਘ ਜਾਓਗੇ। ਉਹ ਕੋ ਦੋਧੀ ਸੀ, ਉਹਨੇ ਪੈਸਾ ਧੇਲਾ ਜੋੜਿਆ, ਮੱਝ ਇੱਕ ਲੈ ਜਾਂਦੀ, ਹੋਰ ਲੈਣ ਤੁਰ ਪਿਆ। ਪੁਰਾਣੇ ਜ਼ਮਾਨੇ ਦੀ ਗੱਲ ਆ, ਪੋਟਲੀ 'ਚ ਉਹਨੇ ਪੈਸੇ ਪਾਲੇ ਤੇ ਤੁਰਿਆ ਜਾਵੇ। ਨੀਂਦ ਆ ਗਈ, ਰੁੱਖ ਦੇ ਥੱਲੇ ਸੌਂ ਗਿਆ ਤੇ ਉਹਦੀ ਉਹ ਪੋਟਲੀ ਬਾਂਦਰ ਨੇ ਚੁੱਕ ਲਈ ਤੇ ਰੁੱਖ ਤੇ ਚੜ ਗਿਆ ਭੱਜ ਕੇ। ਲਾਗੇ ਨਦੀ ਵਗਦੀ। ਹੁਣ ਬਾਂਦਰ ਕੀ ਕਰੇ ਵੀ 1 ਰੁਪਈਆ ਕੱਢ ਕੇ ਤੇ ਜੱਟ ਵੱਲ ਸੁੱਟ ਦੇ, ਦੋਧੀ ਵੱਲ ਸੁੱਟ ਦੇ ਤੇ 1 ਰੁਪਈਆ ਪਾਣੀ 'ਚ ਸੁੱਟੀ ਜਾਵੇ। 1 ਰੁਪਈਆ ਉਹਦੇ ਵੱਲ ਸੁੱਟ ਦੇ ਤੇ 1 ਰੁਪਈਆ ਉਹਦੇ, ਅੱਧੇ ਰਹਿ ਗਏ। ਇਹਨੇ ਚਿਰ ਨੂੰ ਇੱਕ ਮਹਾਤਮਾ ਲੰਘਿਆ ਉੱਥੋਂ। ਉਹ ਕਹਿੰਦਾ ਮਿੱਤਰਾ ਬੜਾ ਪਰੇਸ਼ਾਨ। ਆਂਦਾ ਪਰੇਸ਼ਾਨ ਕੀ ਆ? ਮੱਝ ਲੈਣ ਚੱਲਿਆ ਸਾਂ। ਆ ਬਾਂਦਰ ਕੰਬਖਤ ਪਤਾ ਨਹੀਂ ਕਿੱਥੋਂ ਟੱਕਰ ਗਿਆ ਹੈ, ਮੇਰੀ ਪੋਟਲੀ ਚੁੱਕ ਕੇ ਲੈ ਗਿਆ। ਅੱਧੇ ਪੈਸੇ ਪਾਣੀ 'ਚ ਸੁੱਟ ਦਿੱਤੇ ਆ, ਅੱਧੇ ਪੈਸੇ ਮੇਰੇ ਵਾਲੇ ਸੁੱਟ ਦਿੱਤੇ ਆ। ਤੇ ਮਹਾਤਮਾ ਪਤਾ ਨਹੀਂ ਕਿਹੜੇ ਰੌਂ 'ਚ ਖਲੋਤਾ ਸੀ। ਉਹ ਕਹਿੰਦਾ ਕੋਈ ਪਾਣੀ ਪੂਣੀ ਤੇ ਨਹੀਂ ਪਾਉਂਦਾ ਰਿਹਾ ਵਿੱਚ? ਕਹਿੰਦਾ ਨਹੀਂ, ਹੰਗਾਲ ਜਾ ਬਾਲਟੀ ਵਾਲਾ ਪਾ ਹੀ ਲਈਦਾ ਸੀ। ਕਹਿੰਦਾ ਬਸ ਉਹ ਪਾਣੀ ਵਾਲੇ ਪਾਣੀ ਜਦ ਤੇਰੇ ਵਾਲੇ ਤੇਰੇ ਕੋਲ ਆ। ਉਹ ਪਾਣੀ ਵਾਲੀ ਦੌਲਤ ਪਾਣੀ 'ਚ ਜਾਣੀ ਸੀ। ਜਿਹੜੀ ਤੇਰੀ ਹੱਕ ਸੱਚ ਦੀ ਸੀ ਉਹ ਤੇਰੀ ਜੇਬ ਦੇ ਵਿੱਚ ਆ। ਕਿਸੇ ਵੀ ਮਹਿਕਮੇ 'ਚ ਚਲੇ ਜਾਓ, ਤੁਹਾਡੇ ਕੋਈ ਰਹਿਣੇ ਆ, ਦੂਜੇ ਨਿਕਲ ਜਾਣੇ ਆ। ਆਨੇ ਬਹਾਨੇ ਨਿਕਲਣਗੇ, ਧੀਆਂ ਪੁੱਤਾਂ ਦੇ ਬਿਮਾਰੀ ਦੇ ਰਸਤੇ ਨਿਕਲਣਗੇ। ਇਸ ਕਰਕੇ ਸਾਡੇ ਗੁਰੂ ਨੇ ਆਖਿਆ ਥੋੜਾ ਗੁਜ਼ਾਰਾ ਕਰ ਲਓ, ਪਰ ਆਪਣੀ ਮਿਹਨਤ ਮਜ਼ਦੂਰੀ ਤੇ ਭਰੋਸਾ ਰੱਖੋ। ਵੇਖੋ ਦਿਨ ਤੇ ਆਪਾਂ ਗੁਰੂ ਨਾਨਕ ਦਾ ਮਨਾ ਰਹੇ, ਜੇ ਗੁਰੂ ਨਾਨਕ ਦੀਆਂ ਗੱਲਾਂ ਹੀ ਨਹੀਂ ਸਿੱਖਣੀਆਂ ਤੇ ਫਿਰ ਫਾਇਦਾ ਕੀ? ਹੁਣ ਮਲਕ ਭਾਗੋ ਦੂਜੀ ਗੱਲ ਕਰਕੇ ਕਹਿੰਦਾ ਬਾਬਾ ਹਾਂ ਤੇ ਗੱਲ ਇੱਕ ਪਾਸੇ ਕਰ, ਦੂਜੀ ਗੱਲ ਦੱਸ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਹਿਲੀ ਗੱਲ ਦੱਸ ਵੀ ਲੰਗਰ ਲਾਇਆ ਕਿਹੜੀ ਗੱਲੋਂ? ਕਹਿੰਦਾ ਜਿਹੜਾ ਸਾਡੇ ਪਿਓ ਦਾਦੇ ਪੜਦਾਦੇ ਵੱਡੇ ਮਰ ਗਏ ਆ ਨਾ ਬੁੱਢੇ, ਉਹਨਾਂ ਬੁੱਢਿਆਂ ਦੀ ਯਾਦ ਵਿੱਚ ਲੰਗਰ ਲਾਇਆ। ਤੇ ਬਾਬਾ
ਬਾਬਾ ਨਾਨਕ ਕਹਿੰਦਾ ਜਦੋਂ ਭਾਪਾ ਜਿਉਂਦਾ ਇਹ ਜਿਉਂਦੇ ਨੂੰ ਪਾਣੀ ਪੁੱਛਿਆ ਕਦੀ? ਮਲਕ ਭਾਗੋ ਦਾ ਸਿਰ ਘੁੰਮ ਗਿਆ। ਬਾਬੇ ਨਾਨਕ ਨੇ ਆਖਿਆ ਵੀ ਜਿੱਦਣ ਬੇਬੇ ਜਿਉਂਦੀ ਸੀ, ਦਾਦੀ ਜਿਉਂਦੀ ਸੀ ਤੇਰੀ, ਜਿੱਦਣ ਉਹ ਘਿਓ ਖਾ ਸਕਦੀ ਸੀ, ਜਿੱਦਣ ਉਹ ਪਾਣੀ ਪੀ ਸਕਦੀ ਸੀ, ਜਿੱਦਣ ਉਹ ਆ ਪੂੜੇ ਵੀ ਖਾ ਸਕਦੀ, ਉਦਣ ਤੇ ਢੀਮ ਨਾ ਮਾਰੀ ਕਿਸੇ ਨੇ, ਤੇ ਮਰਨ ਤੋਂ ਬਾਅਦ ਆ ਜੀ ਬੁੱਢਾ ਵੱਡਾ ਕਰਨਾ। ਸਾਡੇ ਬਹੁਤੇ ਇਹੋ ਪਖੰਡ ਆ ਨਾ, ਬਾਪੂ ਵੱਡਾ ਕਰਨਾ। ਹੁਣ ਹੋ ਗਿਆ ਜਿੰਨਾ ਵੱਡਾ ਹੋਣਾ ਸੀ ਉਹਨੇ, ਹੁਣ ਇਹ ਤੋਂ ਵੱਡਾ ਲੰਮਾ ਨਹੀਂ ਉਹਨੇ ਹੋ ਜਾਣਾ। ਉਹ ਬਸ ਗਿਆ ਜਿੱਥੇ ਜਾਣਾ ਸੀ ਉਹਨੇ। ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣਹੀ ਕਤ ਹੀ ਤੁਮ ਲੋਕ ਸੁਣਾਵੋ। ਫਿਰ ਹੱਥ ਜਿਹੜਾ ਕੋਈ ਇੱਥੋਂ ਚੁੱਕ ਕੇ ਠਾਂ ਨੂੰ ਲਿਆਉਣਾ ਨਾ, ਬਸ ਉਹ ਲੋਕਾਂ ਨੂੰ ਵਿਖਾਉਣ ਡਿਆ। ਜਦੋਂ ਭਾਪੇ ਦੇ ਕੋਲ ਬਹਿਣਾ ਸੀ ਉਦੋਂ ਤੂੰ ਭਾਪੇ ਦੇ ਕੋਲ ਆ ਕੇ ਬੈਠੋ ਨਾ। ਆ ਦੀਵਾਲੀ ਆ ਜਾਣੀ ਨਾ, ਲੋਕਾਂ ਦੀ ਤੇ ਆਮ ਦੀ ਤੇ ਛੱਡੋ, ਚੰਗੇ ਭਲੇ ਸਰਦਾਰਾਂ ਦੀਆਂ ਨੌਵਾਂ ਧੀਆਂ ਦੀਵੇ ਜਗਾ ਕੇ ਤੇ ਮੜੀ ਤੇ ਜਗਾਉਣ ਜਾਣਾ ਦੀਵਾਲੀ ਵਾਲੇ ਦਿਨ। ਇਹੋ ਜੀ ਭਾਪੇ ਨੂੰ ਹਨੇਰਾ ਹੁੰਦਾ, ਸਵਰਗਾਂ ਨੂੰ ਜਾਂਦਾ ਭਾਪੇ ਨੂੰ ਹਨੇਰਾ। ਉਹ ਜਿੱਦਣ ਜੀਂਦਾ ਸੀ ਉਦੋਂ ਦੇ 100 ਵਾਟ ਦਾ ਬਲਬ ਨਾ ਅੰਦਰ ਕਿਸੇ ਨੇ ਲਾ ਕੇ ਦਿੱਤਾ। ਨਾ ਬਿੱਲ ਆਉਂਦਾ, ਬੱਤੀ ਬੰਦ ਕਰ ਬੜਿਆ, ਤੂੰ ਅੱਧੀ ਰਾਤ ਮੋਤੀ ਪਰਾਉਣੇ, ਤੂੰ ਬੱਤੀ ਜਗਾ ਕੇ ਬਹਿ ਗਿਆ। ਬੱਤੀ ਬੰਦ ਕਰਕੇ ਰੱਖਿਆ ਕਰ, ਬਿੱਲ ਬੜਾ ਆਉਂਦਾ ਵਾ। ਜਿੱਦਣ ਉਹ ਬੱਤੀ ਜੋ ਵੇਖ ਸਕਦਾ ਸੀ ਉਦੋਂ ਦੇ ਬੱਤੀ ਭੱਜ ਕੇ ਕੀਤੀ ਬੰਦ, ਤੇ ਮਰ ਗਿਆ ਤੇ ਮੜੀ ਤੇ ਜਾ ਕੇ ਉੱਥੇ ਜਾ ਕੇ ਜਗਾਏ। ਜਿੱਦਣ ਉਹ ਚਮਚਾ ਘਿਓ ਖਾ ਕੇ 2 ਸਾਲ ਹੋਰ ਕੱਢ ਸਕਦਾ ਸੀ ਉਦੋਂ ਦੇ ਖਵਾਇਆ ਕਿਸੇ ਨਾ, ਤੇ ਮੁੜ ਕੇ ਚਮਚਿਆਂ ਨਾਲ ਮੂੰਹ ਟੱਡ ਕੇ ਮਰੇ ਦੇ ਮੂੰਹ 'ਚ ਪਾਉਂਦੇ ਆ। ਅਸਲ 'ਚ ਖਵਾਉਂਦੇ ਨਹੀਂ ਆ, ਉਹ ਕਹਿੰਦੇ ਭਾਪਾ ਅੱਗ ਛੇਤੀ ਫੜੇ ਥੋੜੀ ਜੀ, ਇਸ ਕਰਕੇ ਮੂੰਹ ਟੱਡ ਕੇ ਅੰਦਰ ਪਾਈਦਾ। ਜਿਹਨੇ ਜਿਉਂਦਿਆਂ ਨਹੀਂ ਨਾ ਸਾਂਭਿਆ, ਜਿਹਨੇ ਜਿਉਂਦਿਆਂ ਮਾੜੀ ਮੋਟੀ ਵੀ ਕਦਰ ਨਹੀਂ ਕੀਤੀ, ਮਰਨ ਤੋਂ ਬਾਅਦ ਆ ਵਿਖਾਵਾ ਹੈ, ਟੋਟਲੀ ਪਖੰਡ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿਹੜੇ ਰਾਹ ਪੈ ਗਏ ਜੇ ਲੋਕੋ, ਉਹ ਜਿਉਂਦੇ ਤੁਸੀਂ ਰੋਲ ਦਿੱਤੇ ਤੇ ਮਰਿਆਂ ਨੂੰ ਜਾ ਕੇ ਬਾਂਗਾ ਮਾਰਦੇ ਹੋ। ਮਰਿਆਂ ਨੂੰ ਬਾਂਗਾ ਨਹੀਂ ਜੇ ਵੱਜਣੀਆਂ, ਨਾ ਕਿਸੇ ਨੇ ਵੇਖਣੀਆਂ ਜੇ, ਤੇ ਨਾ ਕਿਸੇ ਨੇ ਤੁਹਾਨੂੰ ਕੁਝ ਪੁੱਛਣਾ ਜੀ। ਮਲਕ ਭਾਗੋ ਗੁਰੂ ਨਾਨਕ ਦੇ ਪੈਰੀਂ ਹੱਥ ਲਾਉਂਦਾ ਉਦੋਂ। ਹੁਣ 11 ਸਾਲਾਂ ਬਾਅਦ, 13 ਸਾਲਾਂ ਬਾਅਦ ਗੁਰੂ ਨਾਨਕ ਦੀ ਮੁਲਾਕਾਤ ਫਿਰ ਭਾਈ ਲਾਲੋ ਨਾਲ ਹੋਈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ, ਸੁਣਾ ਭਾਈ ਲਾਲੋ ਤੇਰੇ ਸ਼ਹਿਰ ਦਾ ਕੀ ਹਾਲ ਏ? ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੱਲ ਵੇਖ ਕੇ ਭਾਈ ਲਾਲੋ ਕਹਿੰਦਾ, ਬਾਬਾ ਬੜੀ ਮਾੜੀ ਹਾਲਤ ਆ, ਅੱਗੇ ਨੂੰ ਵੀ ਮੰਦੇ ਦੇਣੇ ਆ। ਅੱਗੇ ਤੇ ਇੱਕ ਮਲਕ ਭਾਗੋ ਸਿੱਧੇ ਰਾਹ ਪਾਇਆ, ਹੁਣ ਇੱਥੇ ਗਲੀ ਮਲਕ ਭਾਗੋ ਤੁਰਿਆ ਫਿਰਦਾ। ਇਹਦੇ ਬੰਦੇ ਨੂੰ ਬੰਦਾ ਨਹੀਂ ਸਮਝਦੇ। ਜਿਹੜੇ ਕੱਲ ਤੱਕ ਹੱਥ ਜੋੜ ਕੇ ਲੰਘਦੇ ਸੀ, ਰੱਬਾ ਜੇ ਮਾੜੀ ਮੋਟੀ ਤਾਕਤ ਆ ਗਈ ਆ, ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸਿਆਸਤ ਚੀਜ਼ ਹੀ ਇਦਾਂ ਦੀ ਆ, ਜਿਹੜਾ ਕੱਲ ਤੱਕ ਤੁਹਾਡੇ ਬੂਹਾਂ ਦੇ ਖਲੋ ਕਹਿੰਦਾ ਸੀ ਨਾ ਤੁਹਾਡੇ ਹੀ ਆ, ਮਾੜਾ ਜਿਹਾ ਚੌਧਰਪੁਣੇ ਦਾ ਛੱਜ ਵੱਜ ਲੈਣ ਦਿਓ, ਫਿਰ ਨਾ ਉਹ ਲੱਭਾ ਤੁਹਾਨੂੰ, ਫਿਰ ਉਹ ਤੁਹਾਡਾ ਨਹੀਂ ਰਹਿੰਦਾ। ਇਹ ਕੁਦਰਤੀ ਗੱਲ ਆ। ਬੰਦੇ ਕੋ ਕੁਝ ਆ ਜਾਵੇ ਸਹੀ, ਆਪਣੀ ਔਕਾਤ ਤਕਰੀਬਨ 98-99% ਭੁੱਲ ਜਾਂਦੇ ਆ। ਇੱਕ ਅੱਧਾ ਬੰਦਾ ਵਾ ਜਿਹੜਾ ਚੰਗੇ ਦਿਨਾਂ 'ਚ ਹੋ ਕੇ ਵੀ ਆਪਣੇ ਮਾੜੇ ਦਿਨ ਚੇਤੇ ਰੱਖਦਾ, ਭਾਈ ਕਦੀ ਆਹ ਦਿਨ ਅਸੀਂ ਵੇਖੇ ਸੀ। ਜਦੋਂ ਭਾਈ ਲਾਲੋ ਨੇ ਆਖਿਆ, ਬਾਬਾ ਹਾਲਤ ਬੜੀ ਮਾੜੀ ਆ, ਕਰੀਏ ਕੀ, ਕੋਈ ਵਾਹ ਨਹੀਂ ਜਾਂਦੀ। ਆਪਾਂ ਵੀ ਇਦਾਂ ਹੀ ਕਹਿੰਦੇ ਨਾ ਅੱਜ ਬੈਠੇ, ਕਰੀਏ ਕੀ ਵਾਹ ਕੋਈ ਨਹੀਂ ਜਾਂਦੀ। ਚਾਰੇ ਪਾਸੇ ਹਨੇਰ ਛਾਇਆ, ਚਾਰੇ ਪਾਸੇ ਉਹ ਹੋ ਰਿਹਾ, ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ, ਡਾਕੇ ਧਾੜੇ ਚੋਰੀਆਂ, ਨਸ਼ਾ ਗਲੀ ਵਿਕਦਾ। ਵੇਖੋ ਉਸ ਚੀਜ਼ ਨੂੰ ਤੁਸੀਂ ਅੱਜ ਵੀ ਆਪਣੇ ਗਲੀਆਂ ਪਿੰਡਾਂ ਮਹੱਲਾਂ 'ਚ ਵੇਖ ਸਕਦੇ ਜੇ ਉਦਣ ਭਾਈ ਲਾਲੋ ਅੱਖਾਂ 'ਚ ਪਾਣੀ ਲਿਆਉਂਦਾ ਸੀ, ਅੱਜ ਤੁਹਾਡੀਆਂ ਅੱਖਾਂ 'ਚ ਵੀ ਪਾਣੀ ਆ। ਹਾਲਾਤ ਉੱਥੇ ਦੇ ਉੱਥੇ ਬੱਤਰ ਖਲੋਤੇ ਹੋਏ ਨੇ। ਅੱਜ ਵੀ ਚਿੱਟਾ ਐ ਵਿਕਦਾ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵਿਕਦਾ ਹੋਵੇ। ਨਿੱਕੇ ਨਿਆਣੇ ਜੇਬਾਂ 'ਚ ਪਾਈ ਫਿਰਨ ਜਾਓ ਗਲੀ ਮਹੱਲੇ। ਮੈਨੂੰ ਨਹੀਂ ਪਤਾ ਤੁਹਾਡੇ ਪਿੰਡ ਹੈਗਾ ਕਿ ਨਹੀਂ ਹੈਗਾ, ਪਰ ਲਾਗੇ ਛਾਗੇ ਸਾਰੇ ਹੀ ਹੈਗਾ। ਸਾਡੇ ਪਿੰਡ ਬਥੇਰਾ ਵਿਕਦਾ। ਕਿਹੜਾ ਪਿੰਡ ਹੈ ਜਿੱਥੇ ਮੁੰਡੇ ਚਿੱਟਾ ਪੀ ਕੇ ਨਹੀਂ ਮਰਦੇ? ਕੋਈ ਪਿੰਡ ਵਾਲਾ ਬਾਂਹ ਖੜੀ ਕਰਕੇ ਆ ਕੇ ਹੈ ਕਿਸੇ ਦਾ ਧਿਆਨ? ਸਾਰੇ ਆਪੋ ਧਾਪੀ 'ਚ ਮੱਚਿਆ ਵੀ ਬਚ ਜੀਏ। ਯਾਦ ਰੱਖਿਓ, ਇਹ ਜੰਗਲ ਦੀ ਅੱਗ ਆ। ਜਿੰਨੇ ਬਗਾਨੇ ਦਾ ਪੁੱਤ ਖਾਦਾ, ਪੁੱਤ ਸਾਡਾ ਵੀ ਇੱਕ ਦਿਨ ਖਾਦਾ ਜਾਣਾ, ਜੇ ਬਚਾ ਨਾ ਕੀਤਾ ਤੇ ਨਾ ਕੀਤਾ। ਜਦੋਂ ਭਾਈ ਲਾਲੋ ਨੇ ਅੱਖਾਂ 'ਚ ਪਾਣੀ ਲਿਆ ਕੇ ਆਖਿਆ ਨਾ, ਬਾਬਾ ਮਾੜੀ ਹਾਲਤ ਤੇ ਗੁਰੂ ਨਾਨਕ ਪਾਤਸ਼ਾਹ ਨੇ ਹੱਸ ਕੇ ਆਖਿਆ, ਲੈ ਫਿਰ ਮਾੜੀ ਹਾਲਤ ਕਿਉਂ ਆ? ਜ਼ੁਲਮ ਨੂੰ ਜ਼ੁਲਮ ਹੀ ਕੱਟਦਾ ਹੁੰਦਾ ਏ, ਲੋਹੇ ਨੂੰ ਲੋਹਾ ਹੀ ਕੱਟਦਾ, ਤੇ ਬਿਮਾਰੀ ਨੂੰ ਬਿਮਾਰੀ ਕੱਟਦੀ ਹੁੰਦੀ ਆ। ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਤੇ ਅਤਿਆਚਾਰ ਕੀਤੇ ਆ ਨਾ, ਇਹਨਾਂ ਨੂੰ ਮਜ਼ਾ ਚਖਾਉਣ ਵਾਲਾ ਕੋਈ ਆ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਭਾਈ ਲਾਲੋ ਨਿਆਂ ਹੋਊਗਾ, ਨਿਆਂ ਜ਼ਰੂਰ ਹੋਣਾ। ਆ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਕੋਈ ਪੁੱਛਦਾ ਨਹੀਂ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ,
परमात्मा की होया जे न्याय ना कर सके। माड़े बंदे दी बद दुआ, किरती बंदे दी बद दुआ, किरती बंदे दी दुआ ते बद दुआ बहुत छेती लगती। देखो दुआ बद दुआ कोई गल नहीं है बहुती। असल च जदों बंदा सच्चा रोंदा है ना, उहदी जुबान ते रब बह जांदा। जदों रब बह गया फिर उन्हें जो कह दिता बत्तियां दंदां चों सच हो जाना। इस करके लोग कहते ने दंद कथा तो बचो। साडियां आम माइयां, साडे बजुर्ग, जदों कोई बंदा बहुता ज़्यादा अपने आप नूं विखावे ना समाज अंदर, ते सियाणे बजुर्ग कहते दंद कथा तो बच जा। ते दुनिया की सच्चाई है, जिहड़ी गल बहुती कट्ठी लोकां दी जबान ते आ जावे ना, समझो रब दी आवाज़ है। जिहड़ी गल तकरीबन लोकां दे मूँह दे उत्ते होवे भी आ होना वा, ਉਹਨੂੰ ਰੱਬ ਦੀ ਆਵਾਜ਼ ਸਮਝ ਕੇ ਜੇ ਪਿੱਛੇ ਹਟਿਆ ਜਾਂਦਾ ਤੇ ਹਟ ਜਾਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਲਾਲੋ ਇਨਸਾਫ ਹੋਊਗਾ। ਆ ਜਿਹੜੇ ਮਹਿਲ ਮਾੜੀਆਂ ਤੂੰ ਵੇਖਦਾ ਧਰਤੀ ਨਾਲ ਮਿਲਣ ਵਾਲੇ ਆ ਜਿਹੜੇ ਤੁਹਾਡੇ ਤੇ ਜ਼ੁਲਮ ਕਰਦੇ ਆ, ਇਹਨਾਂ ਦੀਆਂ ਲਾਸ਼ਾਂ ਖੂਨ ਵਿੱਚ ਇਉਂ ਤਰਨਗੀਆਂ ਜਿਵੇਂ ਪਾਣੀ 'ਚ ਮੱਛੀਆਂ ਤਰਦੀਆਂ ਨੇ। ਭਾਈ ਲਾਲੋ ਨੇ ਹੱਥ ਜੋੜ ਕੇ ਆਖਿਆ ਬਾਬਾ ਬਚਨ ਬਹੁਤ ਸਖਤ ਆ। ਤੂੰ ਮੈਨੂੰ ਹਾਲ ਪੁੱਛਿਆ, ਮੈਂ ਹਾਲ ਦੱਸ ਦਿੱਤਾ, पर तू तो कहानी लम्मी पा दी भी आ भी होऊगा ते आ भी होऊगा। गुरु नानक पातशाह कहते मैं कुछ नहीं कहता, जो भवेख्या तेनों दस चुका वा। इत्थे फिर गुरु नानक पातशाह ने भाई लालो नूं मुखातब हो के एक शब्द उचारिया तलंग राग दे विच। महाराज कहते जैसी मैं आवे खसम की बाणी तैसड़ा करी ज्ञान वे लालो। पाप की जंज लै काबलों ताया। काबल दे विचों पापां दी जंज लैके कोई आ रहा है। पाप की जंज लै काबलों धाया, जोरी मंगै दान वे लालो। सरम धर्म दोए छप खलोए, कूड़ फिरै प्रधान वे लालो। काजियां बामणा की गल थकी, अगद पड़े शैतान वे लालो। भाई लालो होना ते ओह आ जो परमात्मा नूं भाउंदा है। ते भाई लालो कहंदा बाबा मैं ते कदी जूं तक नहीं मार के वेखी, ते फिर मैं भी उस चक्की च पीसिया जाऊं। गुरु नानक पातशाह कहंदे नहीं भाई लालो तू अपना परिवार लै ते अगले पिंड चला जा, तू उत्थे जा। मैं तेरे शहर ना जो वापरना तेनों दस दिता। बाबर नां दा एक बादशाह काबल तो चढ़िया है। वो जेड़े शहर चों लंघिया, जेड़े पिंड चों लंघिया ने तबाही मचाई आ। हुण वो सियालकोट बैठा है। ते मैं गल पक्की कर लिया, अगला हमला तेरे शहर एवनाबाद उत्ते होना है। आ जिन्हां ने तुहानूं तंग कीता वा ना, समझ ला इन्हां दे दिन पुठे शुरू हो चुके आ। भाई लालो तू अपना पिंड छड्ड के दूजे पिंड चला जा। भाई लालो ने बाबे नानक नूं हत्थ जोड़ के आख्या महाराज तुसीं भी चलो, जे इत्थे इन्ना कुछ होना, डांग सोटा चलना है, लड़ाई झगड़ा वधना है, फिर तू भी चल। गुरु नानक पातशाह कहते नहीं मैं ते भाई इन्हां दे विच रह के वेखना है कि जुल्म करन वाला जदों जुल्म करदा, जिहड़ा लोकां दा चम लाउंदा ते जिद्दण उहदा अपना चम लथदा फिर उहदियां चीकां किदां सुणदियां। याद रखियो सदा दिन इक्को जे नहीं रहिंदे, ये कुदरत दा दस्तूर आ। अज नोट जे आउंदे ने ना इदां करके, सदा दिन नहीं रहिंदे हुंदे बंदे दे। ये 100% आ। सदा माड़े नहीं रहना, सदा चंगे नहीं रहना, सदा तंदुरुस्त नहीं रहना, ते सदा बीमार नहीं रहना। जिहड़ा जिंदगी दे इस भेद नूं समझ गया ना, वो बंदे रोंदे नहीं, तुसीं वेखोगे। रोंदे वो आ जिहड़े कहंदे भी बस अज नज़ारे आ, नज़ारे सारी उम्र ही बज्जे रहन, वो फिर अवेसले होकर दुख पाउंदे आ। बाबा नानक जदों मक्के बैठा सी ना, सामने काजी बह गए। काजियां ने 3 प्रश्न कीते गुरु नानक नूं वड्डे। गुरु नानक साहब दे सामने बैठे काजी कहंदे बाबा तू कहना रब एक आ, तू कहना अल्लाह एक आ। एक तो पहला भी तो कुछ होना चाहिए ना भी एक ही एक आ। अल्लाह एक आ, भगवान एक आ, वाहिगुरू एक आ, खुदा एक आ, फिर एक तो पहला की आ। गुरु नानक पातशाह ने काजी नूं आख्या भी जा कुछ पत्थर चुक के लिया। वो पत्थर लिया। बाबा नानक कहंदा गिनती कर। वो कहंदा 1 2 3। गुरु नानक कहंदा गिनती गलत आ, सही कर ला। उन्हें फिर गिनिया। वो कहंदा 1 2 3। गुरु नानक पातशाह कहंदे गिनती गलत आ। काजी खिज के कहंदा बाबा ठीक ते हैगी है। गुरु नानक पातशाह कहंदे नहीं नहीं, तू
ਤੂੰ ਗਿਣਤੀ 1 ਤੋਂ ਸ਼ੁਰੂ ਕਰਦਾ, 1 ਤੋਂ ਪਹਿਲਾਂ ਵੀ ਤੇ ਕੁਝ ਬੋਲ ਨਾ। ਕਾਜੀ ਕਹਿੰਦਾ 1 ਤੋਂ ਪਹਿਲਾਂ ਤੇ ਕੁਝ ਨਹੀਂ, ਤੇ ਬਾਬਾ ਕਹਿੰਦਾ ਮੈਂ ਵੀ ਤੇ ਇਹੋ ਕਹਿੰਦਾ 1 ਤੋਂ ਪਹਿਲਾਂ ਕੁਝ ਨਹੀਂ, ਇੱਕ ਹੀ ਹੈ, ਇੱਕ ਓੰਕਾਰ ਹੈ। ਕਾਜੀ ਨੇ ਦੂਜਾ ਪ੍ਰਸ਼ਨ ਕਹਿੰਦਾ ਬਾਬਾ ਚੱਲ ਮੈਂ ਮੰਨ ਗਿਆ ਕਿ ਅੱਲਾ ਇੱਕ ਆ, ਭਗਵਾਨ ਇੱਕ ਆ, ਵਾਹਿਗੁਰੂ ਇੱਕ ਆ, ਖੁਦਾ ਇੱਕ ਆ। ਫਿਰ ਤੂੰ ਕਹਿੰਦਾ ਵੀ ਉਹ ਸਾਰਿਆਂ 'ਚ ਹੀ ਆ, ਉਹ ਹਿੰਦੂ 'ਚ ਵੀ ਆ, ਮੁਸਲਮਾਨ 'ਚ ਵੀ ਆ, ਉਹ ਬੋਧੀ 'ਚ ਵੀ ਆ, ਉਹ ਕੁੱਤੇ ਬਿੱਲੇ 'ਚ ਵੀ ਆ, ਉਹ ਰੁੱਖਾਂ 'ਚ ਵੀ ਆ, ਉਹ ਪਹਾੜਾਂ 'ਚ ਵੀ ਆ, ਉਹ ਕੀੜੀ 'ਚ ਵੀ ਆ, ਉਹ ਹਾਥੀ 'ਚ ਵੀ ਆ। ਜੇ ਰੱਬ ਸਾਰਿਆਂ ਵਿੱਚ ਆ ਤੇ ਫਿਰ ਦਿਸਦਾ ਕਿਉਂ ਨਹੀਂ? ਜੇ ਰੱਬ ਇੱਥੇ ਆ, ਤੂੰ ਕਹਿੰਦਾ ਵੀ ਰੱਬ ਇੱਥੇ ਹੀ ਆ, ਫਿਰ ਦਿਸਦਾ ਕਿਉਂ ਨਹੀਂ? ਇਹ ਤਾਂ ਸਾਡਾ ਸਾਰਿਆਂ ਦਾ ਪ੍ਰਸ਼ਨ ਹੈ, ਤੁਹਾਡੇ 'ਚੋਂ ਵੀ ਬਹੁਤਿਆਂ ਦਾ ਵੀ ਰੱਬ ਹੋਵੇ ਤੇ ਦਿਸੇ ਨਾ। ਬਹੁਤਾਤ ਲੋਕਾਂ ਦਾ ਪ੍ਰਸ਼ਨ ਆ, ਸਾਨੂੰ ਬਹੁਤ ਮਿਲਦੇ ਆ, ਅਸੀਂ ਵੀ ਕਿਸੇ ਟਾਈਮ ਕਹਿੰਦੇ ਜੇ ਰੱਬ ਇੱਥੇ ਹੋਵੇ ਤੇ ਦਿਸੇ ਕਿਉਂ ਨਾ? ਬਾਬੇ ਨਾਨਕ ਨੇ ਦਲੀਲ ਨਾ ਉਤਰ ਦੇਣਾ। ਪਾਤਸ਼ਾਹ ਕਹਿੰਦੇ ਦੁੱਧ ਲਿਆ, ਫਿਰ ਦੁੱਧ ਆ ਗਿਆ। ਬਾਬੇ ਨਾਨਕ ਨੇ ਬਾਟਾ ਫੜਿਆ ਤੇ ਬਾਟੇ ਨੂੰ ਬੜੇ ਧਿਆਨ ਨਾਲ ਚੈੱਕ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹਦੇ 'ਚ ਕੁਝ ਹੈਗਾ। ਕਾਜੀ ਨੇ ਵੇਖਿਆ ਵੀ ਫਕੀਰ ਵਾਵਾ ਸ਼ਕੀਨ ਜਾਪਦਾ ਸਫਾਈ ਵਾਲਾ, ਉਹ ਦੂਜੇ ਬੰਦੇ ਨੂੰ ਜਾਵੇ। ਉਹ ਕਹਿੰਦਾ ਵੀ ਬਾਟਾ ਦੁਬਾਰਾ ਮਾਂਜ ਕੇ ਲਿਆਓ। ਉਹ ਦੂਜਾ ਬਾਟਾ ਮਾਂਜ ਕੇ ਲਾਇਆ। ਬਾਬੇ ਨੇ ਬਾਟਾ ਵੇਖਿਆ, ਕਹਿੰਦਾ ਇਹਦੇ 'ਚ ਕੁਝ ਹੈਗਾ ਹੀ। ਉਹਨੇ ਦੂਜਾ ਵੀ ਮੋੜ ਦਿੱਤਾ। ਜਦੋਂ ਤੀਜਾ ਬਾਟਾ ਭਰ ਕੇ ਆਇਆ, ਬਾਬਾ ਫੇਰ ਕਹਿੰਦਾ ਇਹਦੇ 'ਚ ਕੁਝ ਹੈਗਾ, ਧਿਆਨ ਨਾਲ ਵੇਖ। ਕਾਜੀ ਖਿੱਚ ਕੇ ਕਹਿੰਦਾ ਬਾਬਾ ਇਹਦੇ 'ਚ ਕੁਝ ਨਹੀਂ ਹੈਗਾ, ਦੁੱਧ ਆ। ਮਹਾਰਾਜ ਕਹਿੰਦੇ ਦੁੱਧ ਨੂੰ ਧਿਆਨ ਨਾਲ ਵੇਖ, ਦੁੱਧ ਦੇ ਵਿੱਚ ਕੁਝ ਆ। ਕਾਜੀ ਨੇ ਬੜੇ ਧਿਆਨ ਨਾਲ ਵੇਖਿਆ, ਕਹਿੰਦਾ ਮੈਨੂੰ ਤੇ ਕੱਖ ਨਹੀਂ ਦਿਖਦਾ। ਬਾਬਾ ਕਹਿੰਦਾ ਦੁੱਧ ਦੇ ਵਿੱਚ ਦੇਸੀ ਘਿਓ ਨਹੀਂ ਹੈਗਾ? ਕਾਜੀ ਹੱਸ ਕੇ ਕਹਿੰਦਾ ਏਦਾਂ ਕਿੱਦਾਂ ਬਾਬਾ? ਦੁੱਧ ਦੇ ਵਿੱਚ ਦੇਸੀ ਘਿਓ ਹੈ, ਸਾਰਿਆਂ ਨੂੰ ਪਤਾ, ਪਰ ਦੁੱਧ ਚੋਂ ਦੇਸੀ ਘਿਓ ਕੱਢਣ ਦਾ ਤਰੀਕਾ ਵਾ। ਇਹਨੂੰ ਕਰਨਾ ਗਰਮ, ਫਿਰ ਲੱਗਣੀ ਜਾਗ, ਇਹਦਾ ਬਣੂ ਦਹੀਂ, ਇਹਨੂੰ ਰਿੜਕਾਂਗੇ, ਲੱਸੀ ਵੱਖ ਹੋਊ, ਮੱਖਣ ਵੱਖ ਹੋਊ, ਮੱਖਣ ਗਰਮ ਕਰਾਂਗੇ, ਫਿਰ ਜਾ ਕੇ ਘਿਓ ਦੇ ਵਿੱਚ, ਦੁੱਧ ਦੇ ਵਿੱਚੋਂ ਘਿਓ ਨਿਕਲਣਾ ਵਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹੋ ਹੀ ਤੇ ਕੁੰਡੀ ਆ ਵੀ ਜਿੱਦਾਂ ਦੁੱਧ ਦੇ ਵਿੱਚ ਘਿਓ ਆ ਹੈ ਸਾਹਮਣੇ, ਪਰ ਉਹਨੂੰ ਬਾਹਰ ਕੱਢਣ ਵਾਸਤੇ ਇੱਕ ਤਰਕੀਬ ਲਿਆਉਣੀ ਪੈਣੀ ਆ। ਇਸੇ ਤਰ੍ਹਾਂ ਪ੍ਰਮਾਤਮਾ ਇੱਥੇ ਆ, ਉਹਨੂੰ ਪ੍ਰਗਟ ਕਰਨ ਵਾਸਤੇ ਸਿਮਰਨ ਦੀ ਤਰਕੀਬ ਲਾਉਣੀ ਪੈਣੀ ਆ। ਸਿਮਰਨ ਤੇ ਸੇਵਾ ਤੋਂ ਬਿਨਾਂ ਉਹ ਨਹੀਂ ਦਿਖਣਾ ਕਿਸੇ ਨੂੰ। ਕਾਜੀ ਨੇ ਆਖਰੀ ਪ੍ਰਸ਼ਨ ਕਰਕੇ ਆਖਿਆ ਬਾਬਾ ਜੇ ਇਹਦਾ ਜਵਾਬ ਦੇ ਦੇਵੇ ਤੇ ਤੇਰੇ ਪੈਰੀਂ ਹੱਥ ਲਾ ਦੇ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਇਹ ਵੀ ਮੰਨਿਆ ਵੀ ਅੱਲਾ ਇੱਕ ਆ, ਇਹ ਵੀ ਮੰਨਿਆ ਵੀ ਅੱਲਾ ਸਾਰਿਆਂ 'ਚ ਆ। ਤੀਜਾ ਪ੍ਰਸ਼ਨ ਮੇਰਾ ਇਹ ਆ ਵੀ ਤੇਰਾ ਅੱਲਾ ਇੱਥੇ ਬੈਠਿਆਂ ਬੈਠਿਆਂ ਹੁਣੇ ਕੋਈ ਕਰਾਮਾਤ ਕਰ ਸਕਦਾ? ਬੈਠਿਆਂ ਬੈਠਿਆਂ 1 ਸਕਿੰਟ ਤੋਂ ਪਹਿਲਾਂ ਕਰਾਮਾਤ ਕਰਾਉਣੀ ਹੋ, ਕਰ ਸਕਦਾ ਕੋਈ? ਬਾਬਾ ਕਹਿੰਦਾ ਵੀ ਜਵਾਬ ਇਦਾਂ ਮਿਲੂਗਾ, ਤੁਸੀਂ ਸਵੇਰ ਦੇ ਬੈਠੇ ਕੁਰਸੀਆਂ ਤੇ ਚੜ ਕੇ ਤੇ ਮੈਨੂੰ ਭਾਇਆ ਥੱਲੇ, ਜਾਂ ਤੇ ਮੇਰੀ ਜਗ੍ਹਾ ਤਪੜਾਂ ਤੇ ਆ ਜਾਓ ਤੇ ਮੈਨੂੰ ਪਾਓ ਕੁਰਸੀ ਉੱਤੇ। ਕਾਜੀ ਕਹਿੰਦਾ ਇਹ ਕਿਹੜੀ ਗੱਲ ਆ ਬਾਬਾ, ਤੂੰ ਆ ਕੁਰਸੀ ਉੱਤੇ ਅਸੀਂ ਥੱਲੇ ਬਹਿਨੇ ਆ। ਮਹਾਰਾਜ ਕਹਿੰਦੇ ਪ੍ਰਸ਼ਨ ਬੋਲੋ। ਕੁਰਸੀ ਤੇ ਬਹਿ ਕੇ ਕਾਜੀ ਸਾਹਮਣੇ ਬਹਿ ਗਏ। ਮਹਾਰਾਜ ਕਹਿੰਦੇ ਪ੍ਰਸ਼ਨ ਬੋਲੋ। ਕਾਜੀ ਕਹਿੰਦੇ ਤੇਰਾ ਅੱਲਾ ਹੁਣੇ ਕੋਈ ਕਰਾਮਾਤ ਕਰ ਸਕਦਾ? ਬਾਬਾ ਕਹਿੰਦਾ ਕਰਾਮਾਤ ਹੋ ਗਈ ਆ। ਕਾਜੀ ਡੌਰ ਭੋਰਾ ਜਾ 4 ਚਫੇਰੇ ਵੇਖੇ, ਕਹਿੰਦਾ ਬਾਬਾ ਕੀ ਹੋਇਆ? ਉਹ ਮਹਾਰਾਜ ਕਹਿੰਦੇ ਕਰਾਮਾਤ ਹੋ ਗਈ ਆ। ਕਹਿੰਦਾ ਮੈਨੂੰ ਨਹੀਂ ਸਮਝ ਲੱਗੀ। ਕਹਿੰਦਾ ਇਹੋ ਜਿਹੀ ਕੁੰਡੀ ਆ, ਸਮਝਣ ਵਾਲੇ ਸਮਝਦੇ ਆ, ਸਮਝਣ ਵਾਲੇ ਨਹੀਂ ਸਮਝਦੇ। ਕਾਜੀ ਕਹਿੰਦਾ ਕੀ ਹੋਇਆ? ਬਾਬਾ ਕਹਿੰਦਾ ਮੇਰੇ ਅੱਲਾ ਦੀ ਕਰਾਮਾਤ ਇਹੋ ਹੀ ਆ, 1 ਸਕਿੰਟ ਦੇ ਵਿੱਚ ਕੁਰਸੀਆਂ ਵਾਲੇ ਥੱਲੇ ਵਾਹ ਲੈਂਦਾ ਤੇ ਥੱਲੇ ਬੈਠੇ ਕੁਰਸੀਆਂ ਤੇ ਲੈ ਆਉਂਦਾ। ਬਸ ਬਸ ਮੇਰੇ ਅੱਲਾ ਦਾ ਖੇਡ ਇਹੋ ਹੀ ਆ। ਇਸ ਕਰਕੇ ਇਸ ਕੁੰਡੀ ਨੂੰ ਜਿੰਨੀ ਛੇਤੀ ਕੋਈ ਸਮਝ ਲਵੇ, ਜ਼ਿੰਦਗੀ 'ਚ ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ। ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰ, ਸਦਾ ਨਹੀਂ ਰਹਿਣਾ ਕੁਝ ਵੀ। ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿੰਦੇ ਭਾਈ ਲਾਲੋ ਤੂੰ ਚਲਾ ਜਾ, ਬਾਬਰ ਆਉਣ ਵਾਲਾ ਹੀ, ਤੇ ਬਾਬਰ ਨੇ ਇਸ ਸ਼ਹਿਰ ਦੀ ਜਿਹੜੀ ਦੁਰਗਤੀ ਕਰਨੀ ਉਹ ਮੈਨੂੰ ਪਤਾ, ਤੇ ਮੈਂ ਵੇਖਣਾ ਵਾ ਇੱਥੇ। ਤੇ ਦੂਜਿਆਂ ਦਾ ਚੰਮ ਲਾ ਕੇ ਹੱਸਣ ਵਾਲੇ ਜਦੋਂ ਆਪਣੀ ਵਾਰੀ ਆਉਂਦੀ ਫਿਰ ਚੀਕਾਂ ਕਿੱਦਾਂ ਮਾਰਦੇ ਆ। ਦੇਖੋ ਜਦੋਂ ਕਿਸੇ ਦੇ ਘਰ ਮੱਚੇ ਤੇ ਲੋਕੀ ਕਹਿੰਦੇ ਬਸੰਤਰ, ਜਿੱਦਣ ਉਹ ਬਸੰਤਰ ਆਪਣੇ ਘਰ ਮੱਚੇ ਕਹਿੰਦੇ ਨਾ ਨਾ ਅੱਗ ਲੱਗੀ ਆ। ਦੇਖੋ ਬੰਦੇ ਦੀ ਜ਼ਿੰਦਗੀ ਆ, ਬੰਦਾ ਬੜੇ ਤਰੀਕਿਆਂ ਨਾਲ ਜ਼ਿੰਦਗੀ ਜਿਉਂਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਲਾਲੋ ਤੂੰ ਚਲਾ ਜਾ। ਲਓ ਜੀ ਲਾਲੋ ਚਲਾ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਬੋਲ ਥੋੜੇ ਦਿਨਾਂ 'ਚ ਸੱਚ ਹੋਏ।
ਬਾਬਰ ਫੌਜ ਲੈ ਕੇ ਚੜਿਆ ਏਮਨਾਬਾਦ ਉੱਤੇ। ਉਹਨੂੰ ਕਿਸੇ ਨੇ ਦੱਸਿਆ ਸੀ ਕਿ ਏਮਨਾਬਾਦ ਦੇ ਰਾਜੇ ਮਹਾਰਾਜੇ ਇੰਨੇ ਨਕੰਮੇ ਆ ਵੀ ਇਹਨਾਂ ਕਿਸੇ ਦਾ ਕੀ ਸਵਾਰਨਾ, ਨਾ ਆਪਣਿਆਂ ਨੂੰ ਬੜਾ ਕੁੱਟਿਆ, ਤੰਗ ਕੀਤਾ, ਪਰੇਸ਼ਾਨ ਕੀਤਾ। ਸੇਮ ਤੁਹਾਡੇ ਵਾਲੀ ਹਾਲਤ ਜੋ ਸਾਡੇ ਤੇ ਸਰਕਾਰਾਂ ਕਰਦੀਆਂ। ਕਹਿੰਦੇ ਵੀ ਇੰਨਾ ਪੈਸਾ ਧੇਲਾ ਇੰਨਾ ਇਕੱਠਾ ਕੀਤਾ ਕਿ ਮਹਿਲਾਂ ਦੀਆਂ ਨੀਹਾਂ ਦੇ ਵਿੱਚ ਪੁੱਟ ਕੇ ਨੀਹਾਂ ਰੱਖ ਭਰ ਕੇ ਦੇ ਉੱਤੇ ਮਹਿਲ ਉਸਾਰਿਆ। ਇੰਨੀ ਦੌਲਤ ਤੇ ਜਾਇਦਾਦ ਇਹਨਾਂ ਕੋਲ। ਹੁਣ ਜਦੋਂ ਬਾਬਰ ਚੜਿਆ ਨਾ ਤੇ ਬਾਬਰ ਦਾ ਮੁਕਾਬਲਾ ਤੇ ਏਮਨਾਬਾਦ ਵਾਲਿਆ ਕਰਨਾ ਸੀ, ਤੇ ਏਮਨਾਬਾਦ ਵਾਲਿਆ ਮੁਕਾਬਲਾ ਖਾਕ ਕਰਨਾ ਸੀ ਜਿਨ੍ਹਾਂ ਨੇ ਆਪਣੇ ਕੁੱਟ ਛੱਡੇ। ਹੁਣ ਪਤਾ ਤੇ ਉਦੋਂ ਲੱਗਦਾ ਜਦੋਂ ਬਗਾਨੀਆਂ ਮਾਵਾਂ ਦੇ ਪੁੱਤਾਂ ਨਾਲ ਵਾਹ ਪਵੇ। ਏਮਨਾਬਾਦੀ ਇਹ ਗਿੱਜੇ ਸੀ ਆਪਣਿਆਂ ਦੇ ਵੀ ਉਹਨੂੰ ਮਾਰ ਲਿਆ, ਉਹਨੂੰ ਕੁੱਟ ਲਿਆ, ਉਹਦੇ ਨਾਲ ਧੱਕਾ ਕਰ ਲਿਆ। ਜਦੋਂ ਸਾਹਮਣੇ ਵਾਲਾ ਬਰਾਬਰ ਦਾ ਹੋ ਕੇ ਟੱਕਰੇ ਨਾ, ਅਣਖ ਤੇ ਉਦੋਂ ਹੀ ਪਰਖੀ ਜਾਂਦੀ, ਸਰਦਾਰੀ ਤੇ ਉਦੋਂ ਹੀ ਪਰਖੀ ਜਾਂਦੀ ਆ, ਬਹਾਦਰੀ ਵੀ ਉਦੋਂ ਹੀ ਪਰਖੀ ਜਾਂਦੀ ਆ। ਚੌਂਕ 'ਚ ਰਿਕਸ਼ੇ ਵਾਲੇ ਨੂੰ ਘੇਰ ਕੇ ਗਾਲਾਂ ਕੱਢ ਦੇਣੀਆਂ, ਰੇਹੜੀ ਵਾਲੇ ਨੂੰ ਗਾਲਾਂ ਕੱਢ ਦੇਣੀਆਂ, ਉਹ ਕੋਈ ਬਹੁਤੀ ਸਰਦਾਰੀ ਨਹੀਂ। ਮਹਾਰਾਜ ਨੇ ਬੜਾ ਸੋਹਣਾ ਇੱਕ ਸ਼ਬਦ ਕਿਹਾ, ਪਾਤਸ਼ਾਹ ਕਹਿੰਦੇ ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਦਾੜੀ ਦਾ ਮਤਲਬ ਸਰਦਾਰੀ। ਜੇ ਮਾੜੇ ਬੰਦੇ ਤੇ ਸਰਦਾਰੀ ਆਪਣੀ ਵਿਖਾਉਂਦਾ ਨਾ ਤਾਂ ਸਮਝ ਲਾ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਨਰਕਾਂ 'ਚ ਪਵੇਂਗਾ ਜੇ ਮਾੜੇ ਬੰਦੇ ਤੇ ਸਰਦਾਰੀ ਵਿਖਾ ਛੱਡੀ। ਸਾਰੀ ਗਰੀਬਾਂ ਤੇ ਵਿਖਾ ਛੱਡੀ, ਚੁੱਲ੍ਹੇ ਡਾਉਣਾ ਤੇਰੀ ਸਰਦਾਰੀ ਨੂੰ ਨਾ। ਪਾਤਸ਼ਾਹ ਨੇ ਕਿਹਾ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲੱਗਣ। ਸਰਦਾਰੀ ਉਹ ਮੱਥਾ ਟੇਕਣ ਵਾਲੀ ਆ ਜਿਹੜੀ ਸਰਦਾਰੀ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਮਨ ਨੀਵਾਂ ਰੱਖੇ ਵੀ ਨਹੀਂ ਰੱਬਾ ਤੇਰਾ ਹੀ ਦਿੱਤਾ ਸਾਰਾ ਕੁਝ ਆ। ਉਹ ਸਰਦਾਰੀ ਸਦਾ ਹੀ ਬਣੀ ਰਹਿੰਦੀ ਆ। ਉਹ ਸਰਦਾਰੀਆਂ ਨਹੀਂ ਛੇਤੀ ਜਾਂਦੀਆਂ, ਛੋਟੇ ਭਾਂਡੇ ਛੇਤੀ ਭਰ ਜਾਂਦੇ ਆ, ਤੇ ਜਿੰਨੀ ਛੇਤੀ ਛੋਟਾ ਭਾਂਡਾ ਭਰੇ ਉਛਲਦਾ ਵੀ ਉਨੀ ਛੇਤੀ ਹੁੰਦਾ। ਲੋਕੀ ਤੁਰੇ ਜਾਂਦੇ ਕਹਿੰਦੇ ਆ ਵਾਹ ਬੰਦੇ ਸਰਦਾਰੀਆਂ ਕਰਨ ਵਾਲੇ ਥੋੜਾ, ਤੇ ਜਿਨ੍ਹਾਂ ਨੇ ਸਰਦਾਰੀਆਂ ਕਰਨੀਆਂ ਹੁੰਦੀਆਂ ਲੋਕੀ ਤੁਰੇ ਜਾਂਦੇ ਕਹਿੰਦੇ ਫਲਾਣਾ ਤੋਂ ਸਰਦਾਰ ਤੁਰਿਆ ਜਾਂਦਾ, ਕਿਉਂਕਿ ਉਹਦਾ ਤੁਰਨਾ, ਉਹਦਾ ਖਲੋਣਾ, ਉਹਦਾ ਬੋਲਣਾ, ਉਹਦਾ ਹੱਥ ਮਿਲਾਉਣਾ, ਉਹਦਾ ਵਰਤਾਅ ਦੱਸਦਾ ਵੀ ਸਰਦਾਰ ਤੁਰਿਆ ਜਾਂਦਾ। ਹੁਣ ਬਾਬਰ ਦਾ ਮੁਕਾਬਲਾ ਕਰਨਾ ਸੀ ਏਮਨਾਬਾਦੀਆਂ, ਤੇ ਏਮਨਾਬਾਦੀਆਂ ਨੂੰ ਪਤਾ ਹੀ ਨਹੀਂ ਵੀ ਲੜੀਦਾ ਕਿੱਦਾਂ। ਰਹਿੰਦੀ ਸੁੰਦੀ ਕਸਰ ਕੱਢ ਦਿੱਤੀ ਪੰਡਤਾਂ ਨੇ, ਕਾਜ਼ੀਆਂ ਮੁੱਲਾਂ ਨੇ। ਮੈਂ ਨਹੀਂ ਕਹਿੰਦਾ, ਆਸਾ ਰਾਗ ਪੜੋ, ਬਾਬਾ ਕਹਿੰਦਾ ਹੈ ਜਦੋਂ ਏਮਨਾਬਾਦੀਏ ਤਿਆਰ ਹੋਏ ਨਾ ਲੜਨ ਵਾਸਤੇ ਤੇ ਪੰਡਤ ਚੱਲ ਕੇ ਆ, ਕਾਜੀ ਮੁੱਲਾਂ ਚੱਲ ਕੇ ਆ ਗਏ। ਉਹ ਕਹਿੰਦੇ ਐਵੇਂ ਲੜੋਗੇ? ਕਹਿੰਦੇ ਕੀ ਕਰੀਏ? ਕਹਿੰਦੇ ਸਾਨੂੰ ਦਿਓ ਦਾਨ ਦਕਸ਼ਣਾ, ਅਸੀਂ ਟੂਣੇ ਮੰਤਰ ਇਹੋ ਜਿਹੇ ਕਰਨੇ ਆ ਬਾਬਰ ਦੀਆਂ ਫੌਜਾਂ ਅੰਨੀਆਂ ਕਰ ਦੇਣੀਆਂ। ਹੁਣ ਇੱਕ ਬੰਨੇ ਬਾਬਰ ਫੌਜਾਂ ਲੈ ਕੇ ਖਲੋ ਗਿਆ ਤੇ ਏਮਨਾਬਾਦੀਏ ਲੜੇ ਨਾ, ਤੇ ਅਗਲੇ ਬੰਨੇ ਧਾਗੇ ਤਵੀਤਾਂ ਵਾਲੇ ਕਰ ਦਿੱਤੇ ਉਹਨਾਂ ਨੇ। ਬਾਬਰ ਕਹਿੰਦਾ ਵੀ ਬਾਕੀ ਦੇ ਬਾਅਦ 'ਚ ਕੁੱਟਾਂਗੇ, ਪਹਿਲਾਂ ਧਾਗੇ ਤਵੀਤਾਂ ਵਾਲੇ ਲੰਮੇ ਪਾਓ ਸਾਰੇ। ਆ ਟੂਣਿਆਂ ਵਾਲੇ ਘੇਰ ਕੇ ਕੁੱਟੋ, ਆ ਜਿਹੜੇ ਪੰਡਤ ਤੁਰੇ ਫਿਰਦੇ ਆ ਸਵੇਰੇ ਉੱਠ ਕੇ ਭੱਜੇ ਫਿਰਦੇ ਆ। ਬਾਬਰ ਨੇ ਵਾਹਣ 'ਚ ਪਾ ਕੇ ਫੌਜਾਂ ਦੇ ਕੋਲੋਂ ਕਟਾਏ। ਕਹਿੰਦਾ ਇਹ ਫੜੋ ਪੁਆੜੇ ਦੀ ਜੜ, ਐਡੇ ਨਕੰਮੇ ਬੰਦੇ ਜਿਨ੍ਹਾਂ ਨੇ ਆਪਣਿਆਂ ਨੂੰ ਹੋਸ਼ ਹੀ ਨਹੀਂ ਆਉਣ ਦਿੱਤੀ। ਹੁਣ ਮਾਰੋ ਹਾਂ ਝਾਤੀ, ਪਿੰਡ ਧਾਗੇ ਤਵੀਤਾਂ ਵਾਲੇ ਬੈਠੇ, 5 ਗੁਰਦਾਰੇ, ਉੱਥੇ ਬੰਦੇ 50 ਨਹੀਂ, ਤੇ ਦਾਣ ਪੁੱਛਣਾ ਦੇਣ ਵਾਲਾ, ਸਿਰ ਫੇਰਨ ਵਾਲਾ, ਚੌਂਕੀਆਂ ਭਰਨ ਵਾਲਾ, ਦੂਜਾ ਤੀਜਾ। ਜਿਹਨੂੰ ਇਹ ਨਹੀਂ ਪਤਾ ਵੀ ਰਾਤ ਸੁੱਤੇ ਮੇਰੀ ਹਾਲਤ ਕੀ ਹੁੰਦੀ ਆ, ਉਹ ਵੀ ਸਵੇਰੇ ਉੱਠ ਕੇ ਆਖੂ ਮੇਰੇ ਸਿਰ ਤੇ ਬਾਬਾ ਦੀਪ ਸਿੰਘ ਹੁੰਦਾ। ਹੁਣੇ ਤੁਹਾਡੇ ਲਾਗੇ ਛਾਗੇ ਬਥੇਰੇ ਇੱਦਾਂ ਦੇ, ਸਾਡੇ ਬਥੇਰੇ ਸਾਰੇ ਬੰਨੇ ਹੀ ਇੱਦਾਂ ਦੇ ਆ। ਸ਼ਹੀਦਾਂ ਦੀ ਚੌਂਕੀ ਹੋਈ, ਸ਼ਹੀਦ ਤੇਰੇ ਹੀ ਆਉਣੇ। ਪਾਈਆ ਗਿੱਡ ਤੇਰੀਆਂ ਅੱਖਾਂ 'ਚ ਲੱਗੀ ਰਹਿੰਦੀ ਰਾਤ, ਨਾ ਤੈਨੂੰ ਜਾਗਦੇ ਦਾ ਪਤਾ, ਨਾ ਤੈਨੂੰ ਸੁੱਤੇ ਦਾ ਪਤਾ। ਇਹੋ ਜਿਹੇ ਸ਼ਹੀਦਾਂ ਦਾ ਪਹਿਰਾ ਮੇਰੇ ਤੇ ਆਉਂਦਾ। ਅਸੀਂ ਵੀ ਭੱਜੇ ਜਾਂਦੇ ਆ ਗੁਰਦੁਆਰੇ ਤੇ। ਅਸੀਂ ਕੁਝ ਕਰਨਾ ਹੋਵੇ ਤੇ 100 ਤਰ੍ਹਾਂ ਦੇ ਨੁਕਸ ਕੱਢੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨੀਏ ਚਾਹੇ ਨਾ ਮੰਨੀਏ, ਪਰ ਅਸੀਂ ਨੁਕਸਾਨ ਕੀਤਾ ਆਪਣਾ। ਅਨਪੜ੍ਹ ਤੇ ਜਾਣ, ਪੜ੍ਹੇ ਲਿਖੇ ਵੀ ਭੱਜੇ ਜਾਂਦੇ ਆ। ਪੜ੍ਹੇ ਲਿਖੇ ਚੰਗੇ ਭਲੇ ਆ 12ਵੀਂ ਜਦੋਂ ਹੁੰਦੀ ਨਾ, ਮੈਂ ਵੇਖਣਾ ਗੁਰਦੁਆਰੇ ਕੁੜੀਆਂ ਮੁੰਡਿਆਂ ਨਾਲ ਭਰੇ ਹੁੰਦੇ ਆ। ਕਿਸੇ ਨੇ ਗੁੱਟ ਤੇ ਕਾਲਾ ਧਾਗਾ ਬੰਨਿਆ, ਕਿਸੇ ਨੇ ਤਿਤਰਾ ਮਿਤਰਾ ਜਿਹਾ ਬੰਨਿਆ, ਕਿਸੇ ਨੇ ਗਿੱਟੇ ਨੂੰ ਬੰਨਿਆ, ਕਿਸੇ ਨੇ ਬਾਂਹ ਦੇ ਬੰਨਿਆ। ਇਹ ਜੇ ਬਾਬੇ ਦੀ ਰਾਖਿਆ ਬਾਹਰ ਜਾਣਾ। ਤੇ ਬਾਬਾ ਕਿਹੜਾ ਵਾ ਜਿਹਨੇ ਕਦੀ ਗੁਰਦੁਆਰੇ ਲਾਗੋਂ ਮੱਝਾਂ ਵੀ ਨਹੀਂ ਕੱਢ ਕੇ ਵੇਖੀਆਂ, ਸਕੂਲ ਦੇ ਲਾਗੋਂ ਕਦੀ ਮੱਝਾਂ ਵੀ ਨਹੀਂ ਕੱਢ ਕੇ ਵੇਖੀਆਂ। ਉਹ ਬਾਬਾ ਤੁਹਾਨੂੰ ਆਈਲੈਟਸ ਦਾ ਵੀਜ਼ਾ ਦਵਾ ਕੇ ਵੇਖੋ। ਜਿਹੜੇ ਆਈਲੈਟਸ ਦੇ ਬੈਂਡ ਲੈਣ, ਸਾਧਾਂ ਦੇ ਤਰਲੇ ਕੱਢਦੇ ਫਿਰਨ, ਸਮਝੋ ਪੜ੍ਹਾਈ ਕੀਤੀ ਕੱਖ ਨਹੀਂ ਤੁਸੀਂ ਸਾਰੀ ਉਮਰ ਕੀਤਾ। ਸਿੱਖ ਆ ਅਸੀਂ ਸਿੱਖ, ਤੇ ਸਿੱਖ ਸਵਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕਿਸੇ ਨੂੰ ਮੱਥਾ ਨਹੀਂ ਟੇਕਦਾ। ਪਰ ਮਾਫ ਕਰਿਓ, ਅੱਜ ਸਿੱਖਾਂ ਨੇ ਥਾਂ ਕੋਈ ਨਹੀਂ ਛੱਡੀ। ਸਾਨੂੰ ਤੇ ਪੂੜੀਆਂ ਛੋਲਿਆਂ ਦੀ ਖੁਸ਼ਬੂ ਆਉਣੀ ਚਾਹੀਦੀ ਆ ਬਸ। ਲੈਣ ਜਿੱਥੇ ਮਰਜ਼ੀ ਸਾਡੀ ਲਵਾ ਲਓ, ਜਿੱਥੇ ਮਰਜ਼ੀ।
ਹਵਾਲਾ ਜਾਂ ਨਾਂ ਰੱਖ ਦਿਓ ਕਬਰ ਦਾ, ਝੰਡਾ ਲਾ ਦਿਓ, ਨਾਲੇ ਲੂਣ ਇਕੱਠਾ ਕਰੋ, ਨਾਲੇ ਸਰੋਂ ਦਾ ਤੇਲ 150-200 ਨੂੰ ਪਹੁੰਚਿਆ, ਨਾਲੇ ਉਹ ਨਜ਼ਾਰੇ। ਅਸਲ 'ਚ ਸਾਡਾ ਚੌਧਰਪੁਣਾ ਹੀ ਮਾਰ ਗਿਆ ਸਾਨੂੰ। ਜਿਹਨੂੰ ਗੁਰਦੁਆਰੇ ਨਹੀਂ ਪੁੱਛਦਾ ਕੋਈ ਜਾ ਕੇ ਆਉਂਦਾ ਕਬਰ ਤੇ ਝੰਡਾ ਕੱਢੋ ਖੜਾ ਇਹਨਾਂ ਦਾ। ਮੈਂ ਉਹ ਵੀ ਕਮੇਟੀਆਂ ਵਾਲੇ ਵੇਖੇ ਆ ਪਿੰਡਾਂ ਦੇ ਵਿੱਚ, ਉਹ ਕਮੇਟੀ ਗੁਰਦੁਆਰੇ ਮੇਲਾ ਮਨਾਉਂਦੀ, ਉਹੋ ਹੀ ਕਬਰ ਤੇ ਜਾ ਕੇ ਨੱਚਣ ਡਈ ਹੁੰਦੀ। ਇੱਥੇ ਤੇ 500-500 ਰੁਪਈਆ ਇਕੱਠਾ ਕਰਨਾ ਔਖਾ ਜਾਂਦਾ ਪ੍ਰਬੰਧਕਾਂ ਨੂੰ। ਸਪੀਕਰਾਂ 'ਚ ਬੋਲ ਕੇ ਲਿਆਓ ਦੋ ਬਈ, ਢਾਡੀ ਸਿੰਘ ਆਉਣੇ ਆ, ਕੈਮਰੇ ਵਾਲੇ ਆਉਣੇ ਆ, ਸਾਊਂਡ ਵਾਲੇ ਆਉਣੇ ਆ, ਲੰਗਰ ਵਾਲੇ ਆਉਣੇ ਆ, ਦੋ ਗਰਾਈ ਮਾਇਆ ਤੇ 100 ਤਰ੍ਹਾਂ ਦਾ ਨੱਕ ਬੁੱਲ ਵੱਟੂ ਤੇ ਕਬਰ ਤੇ ਲਿਆਓ ਗਾਉਣ ਵਾਲੀ। ਤੇ ਯਾਦ ਰੱਖਿਓ ਐਡਵਾਂਸ ਬੁਕਿੰਗ ਆ ਸਾਡੀ 11,000, 31,000, 52,000 ਤੇ ਕੁਰਸੀ ਉੱਥੇ ਢਾ ਕੇ ਦਿਓ ਜਿੱਥੋਂ ਗਾਉਣ ਵਾਲੀ ਸਾਰੀ ਨੱਚਦੀ ਦਿਸੇ। ਤੇ ਗਾਉਣ ਵਾਲੀ ਸ਼ਾਮਾਂ ਨੂੰ 8 ਵਜੇ ਲੱਗਣੀ ਹੋਵੇ ਨਾ, ਅਸੀਂ 10 ਵਜੇ ਕੁਰਸੀਆਂ ਬਨੇਰੇ ਤੋੜਨੇ ਲਏ ਹੁੰਦੇ ਲਾਗੇ ਬੰਨੇ। ਵੇਖਿਓ ਜਿੱਥੇ ਕਿਤੇ ਤੁਹਾਡੇ ਲਾਗੇ ਬੰਨੇ ਕੋਈ ਜਗ੍ਹਾ ਹੋਣੀ ਆ ਜਿੱਥੇ ਹੁੰਦੇ ਹੋਣੇ, ਕਿਤੇ ਜਾ ਕੇ ਵੇਖਿਓ। ਕਿਸੇ ਦਾ ਬਲੱਡ ਨਹੀਂ ਵਧਣਾ, ਕਿਸੇ ਦੀ ਸ਼ੂਗਰ ਨਹੀਂ ਵਧਣੀ, ਕਿਸੇ ਦੇ ਗੋਡੇ ਪੀੜ ਨਹੀਂ ਹੁੰਦੇ, ਕਿਸੇ ਦਾ ਲੱਕ ਪੀੜ ਨਹੀਂ ਹੁੰਦਾ। ਸਿੱਧੇ ਸਾਵਧਾਨ ਹੋ ਕੇ ਵੇਖਣ ਦਾ। ਤੇ ਇੱਥੇ ਦੇ ਗੁਰਦੁਆਰੇ ਦਾ ਭਾਈ ਆਵਾਜ਼ਾਂ ਦੇ ਕੇ ਸੰਗ ਸਕਾ ਲੈਂਦਾ, ਆ ਜਾਓ ਭਾਈ ਨਿਕਲੋ ਹੁਣ ਤੇ ਘਰਾਂ ਤੋਂ ਨਿਕਲੋ। ਤੇ ਜਦੋਂ ਕਹਦੇ ਵੀ ਲੰਗਰ ਚਾਲੂ ਆ ਤੇ ਫਿਰ ਜਿਹਨੇ ਮੇਰੇ ਕਿਨੇ ਰੁਪਈਏ 50 ਨਹੀਂ ਕਰਾਈ ਜੇ ਦਿੱਤੇ, ਉਹ ਵੀ ਆ ਕੇ ਨੁਕਸ ਕੱਢ ਕੇ ਜਾਂਦਾ ਕਰਾਂਗੇ। ਸਾਡਾ ਨੁਕਸਾਨ ਹੋਇਆ ਧਾਗੇ ਤਵੀਤਾਂ ਵਾਲਿਆਂ 'ਚ। ਸਾਨੂੰ ਕਿਸੇ ਨੇ ਕੱਖ ਨਹੀਂ ਸੀ ਦਿੱਤਾ, ਸੀ ਕਿਹੜੇ ਰਾਹ ਪਏ ਸੀ। ਸਾਡੇ ਦੇਸ਼ ਵਾਲਿਆਂ ਨੇ ਨਾ ਪਿੱਛੇ ਜੇ ਫਰਾਂਸ ਦੇ ਕੋਲੋਂ ਇੱਕ ਜਹਾਜ਼ ਲਿਆ, ਰਫੇਲ ਜਹਾਜ਼, ਜਿਹੜੇ ਤੁਹਾਡੇ 'ਚੋਂ ਥੋੜ੍ਹੀ ਬਹੁਤੀ ਨੌਲੇਜ ਰੱਖਦੇ ਪਤਾ ਹੋਊਗਾ। ਇੱਕ ਜਹਾਜ਼ ਲਿਆਂਦਾ ਫਰਾਂਸ ਦੇ ਵਿੱਚੋਂ, ਲੜਾਕੂ। ਤੇ ਜਦੋਂ ਸਾਡੇ ਵਾਲੇ ਜਹਾਜ਼ ਲੈਣ ਗਏ ਨਾ ਤੇ ਮੀਡੀਆ ਗਿਆ ਪੂਰੀ ਦੁਨੀਆ ਦਾ ਵੀ ਭਾਰਤ ਵਾਲੇ ਫਰਾਂਸ ਵਿੱਚੋਂ ਜਹਾਜ਼ ਲੈ ਕੇ ਚਲੇ। ਤੇ ਸਾਡਿਆਂ ਪਤਾ ਕੀ ਕੀਤਾ, ਉਤਰਦਿਆਂ ਉਹਦੇ ਟੈਰਾਂ ਥੱਲੇ ਨਿੰਬੂ ਦੇਣੇ ਸ਼ੁਰੂ ਕਰ ਦਿੱਤੇ। ਨਿੰਬੂ ਫਰਾਂਸ ਦੇ ਵਿੱਚ। ਉਹ ਮੈਂ ਸੋਚਦਾ ਵੀ ਫਰਾਂਸ ਵਾਲੇ ਆਂਦੇ ਨੇ ਵੀ ਅਗਲੀ ਰੀ ਜਹਾਜ਼ ਲੈਣ ਆਇਓ, ਫੰਕਸ਼ਨ ਘਟਾ ਦਿਆਂਗੇ ਤੇ ਨਿੰਬੂ ਕਿਲੋ ਜ਼ਰੂਰ ਨਾਲ ਬੰਨ ਕੇ ਦਿਆਂਗੇ। ਤੁਹਾਡਾ ਤੇ ਨਿੰਬੂਆਂ ਨਾਲ ਗੁਜ਼ਾਰਾ ਹੋ ਜਾਂਦਾ ਭਾਈ, ਤੁਸੀਂ ਤਾਂ ਮਿਰਚਾਂ ਟੰਗ ਕੇ ਗੁਜ਼ਾਰਾ ਕਰਨ ਵਾਲੇ ਲੋਕ ਜੇ। ਮਾਫ ਕਰਿਓ, ਇਹ ਚੀਜ਼ਾਂ ਸਾਨੂੰ ਇਸ ਕੰਮ ਲਈ ਨਹੀਂ ਸੀ ਮਿਲੀਆਂ। ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਕਿੱਥੇ ਗਲਤ ਆ, ਕਿੱਥੇ ਫਾਇਦਾ ਸੀ। ਤੇ ਗੁਰੂ ਘਰ ਦੇ ਦੋਖੀਆਂ ਨੂੰ ਪੂਜਿਆ ਜਾ ਕੇ। ਗੁਰਦੁਆਰੇ ਅਸੀਂ ਆਈਏ ਨਾ ਆਈਏ, ਸਾਡੇ ਘਰ ਲਵੇਰਾ ਆ ਜੇ ਨਾ ਆ ਜੇ, ਅਸੀਂ ਗੁਰੂ ਸਾਹਿਬਾਂ ਦੇ ਕਾਤਲ ਆਓ ਸ਼ੇਖ ਫਤਿਹ ਦੀ ਕਬਰ ਨਹੀਂ ਕਦੀ ਛੱਡੀ। ਸਾਡੇ 'ਚ ਵੀ ਹੋਣਗੇ ਪਿੰਡ ਦੇ ਵਿੱਚੋਂ ਬਥੇਰੇ ਵੇ ਸ਼ੇਖ ਫਤਿਹ ਦੀ ਕਬਰ ਤੇ ਖੀਰ ਲੈ ਕੇ ਜਾਂਦੇ ਹੋਣਗੇ, ਕਾਤਲ ਆ ਗੁਰੂ ਸਾਹਿਬ। ਗੁਰੂ ਅਰਜਨ ਦੇਵ ਦੀਆਂ ਸਭ ਤੋਂ ਜ਼ਿਆਦੀਆਂ ਸ਼ਿਕਾਇਤਾਂ ਇਹ ਬੰਦਿਆਂ ਨੇ ਲਾਈਆਂ ਜਾ ਕੇ ਵੀ ਗੁਰੂ ਅਰਜਨ ਦੇਵ ਨੂੰ ਖਤਮ ਕਰ ਦਿਓ। ਤੇ ਸਾਡੇ 'ਚੋਂ ਮੂੰਹ ਕਰਕੇ ਸ਼ੇਖ ਫਤਿਹ ਵਾਲੇ ਬਾਬਾ ਬਾ ਲਵੇਰਾ ਦਵੀਂ। ਅੱਛਾ, ਵੰਡ ਤੁਸੀਂ ਨਾ ਪਾਓ ਮੱਝ ਨੂੰ, ਭਾੜਾ ਤੁਸੀਂ ਨਾ ਪਾਓ, ਤੇ ਸ਼ੇਖ ਫਤਿਹ ਵਾਲਾ ਦੁੱਧ ਕਿੱਥੋਂ ਦੇ ਜੇ ਆ ਕੇ। ਹੁਣ ਨਿਊਜ਼ੀਲੈਂਡ 'ਚ ਵੀ ਗਾਵਾਂ ਹੈਗੀਆਂ, ਡੈਨਮਾਰਕ 'ਚ ਵੀ ਗਾਵਾਂ ਹੈਗੀਆਂ, ਉੱਥੇ ਕੁਆਂਟਲ ਦੁੱਧ, ਉੱਥੇ ਤੇ ਕੋਈ ਸ਼ੇਖ ਫਤਿਹ ਹੈ ਨਹੀਂ। ਉਹ ਪਤਾ ਨਹੀਂ ਕਿੱਥੋਂ ਦੁੱਧ ਲਈ ਆਉਂਦੇ ਆ। ਸਾਡੇ ਤਾਂ ਦੁੱਧ ਵੀ ਉਹ ਗੜਵੀ 'ਚ ਆਉਣਾ ਹੁੰਦਾ ਪਾਈਆ ਗਾ, ਉਹ ਵੀ ਸ਼ੇਖ ਫਤਿਹ ਦੇ ਨਾਂ ਦਾ। ਸ਼ੇਖ ਫਤਿਹ ਵਾਲੇ ਬਾਬੇ ਕਾਤਲ ਪੂਜੇ, ਤੇ ਜਿਨ੍ਹਾਂ ਨੇ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਹੋਈਆਂ, ਅਸੀਂ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਨਕਾਰ ਦਿੱਤਾ। ਬਚਾ ਫੇਰੀ ਆ ਭਾਈ ਤੁਹਾਡਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਓ। ਮੈਨੂੰ ਪਤਾ ਅਸੀਂ ਬੋਲ ਕੇ ਚਲੇ ਜਾਣਾ, ਮੰਨਣਾ ਤੁਹਾਡੇ ਜੋ ਇੱਕ ਅੱਧੇ ਬੰਦੇ ਨੇ ਉਹ ਮਹਾਂ ਹੀ ਮੰਨਣਾ। ਅਵਲ ਤੇ ਜੇ ਤੁਸੀਂ ਮੰਨ ਗਏ, ਇੱਧਰੋਂ ਨਹੀਂ ਮੰਨਣ ਦੇਣਾ ਕਿਸੇ ਨੇ, ਤੇ ਇੱਧਰੋਂ ਮਨਾਉਣਾ ਤੇ ਬੜਾ ਹੀ ਔਖਾ। ਵੈਸੇ ਬੀਬੀਆਂ ਵਾਲੇ ਪਾਸੇ ਵੀ ਤੁਸੀਂ ਹਟ ਜਾਓ, ਵੀ ਇੱਧਰ ਦੇ ਬੰਨੇ ਆਵਾਜ਼ ਚੱਲਣੀ ਨਹੀਂ ਸਾਡੀ। ਇਸ ਕਰਕੇ ਬੇਨਤੀ ਇਹ ਵੀ ਤੁਸੀਂ ਹੱਸ ਕੇ ਚਲੇ ਜਾਣਾ। ਸਾਡੇ 2 ਘੰਟੇ ਲੱਗੇ ਆ, ਪਰ ਬੇਨਤੀ ਆ ਜੇ ਬਚੋਗੇ ਤੇ ਬਚਾ ਕਰੋਗੇ। ਜਿਨ੍ਹਾਂ ਦੀਆਂ ਨੌਵਾਂ ਧੀਆਂ ਕਬਰਾਂ ਤੇ ਜਾ ਕੇ ਸਿਰ ਫੇਰਨ ਲੱਗ ਪੈਣ, ਉਹ ਨੌਵਾਂ ਧੀਆਂ ਨਹੀਂ ਰਹਿੰਦੀਆਂ। ਮਾਫ ਕਰਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਮਾਤਾ ਗੁਜਰੀ ਦੀ ਕੁੱਖ ਤੋਂ, ਵਿਆਹ ਤੋਂ 34 ਸਾਲਾਂ ਬਾਅਦ ਹੋਇਆ। 34 ਸਾਲਾਂ ਬਾਅਦ ਮੰਨਦੇ ਜੇ? ਇੱਥੇ ਸਾਡੇ 1-2 ਸਾਲ ਬੱਚਾ ਨਾ ਹੋਵੇ ਘਰ ਦੇ ਵਿੱਚ ਨੌਂ ਧੀ ਦੇ, ਤੇ ਫਿਰ ਫਲਾਣੇ ਕੋ ਝਾੜ ਫੂਕ ਵਾਲੇ ਕੋ ਲੈ ਜਾਈਦਾ, ਫਲਾਣੇ ਧਾਗੇ ਤਵੀਤ ਵਾਲੇ ਕੋਲ, ਫਲਾਣੇ ਕੋ ਸਵਾਹ ਦੀ ਕੁੜੀ ਲਿਆਈ ਦੀ, ਗਲ ਗਾਤਰੇ ਪਾਏ, ਕਿਰਪਾਨਾਂ ਉੱਤੋਂ ਦੀ ਪਾਈਆਂ, ਤੇ ਨੌਵਾਂ ਧੀਆਂ ਕਬਰਾਂ ਵਾਲਿਆਂ ਕੋਲ ਲਈ ਜਾਂਦੇ। ਅਸੀਂ ਵੀ ਪੁੱਤ ਨਹੀਂ ਹੋਣ ਡਿਆ, ਧੀ ਪੁੱਤ ਨਹੀਂ ਹੋਣ ਡਿਆ। ਵੇਖੋ ਰੱਬ ਦੀਆਂ ਦਾਤਾਂ ਨੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ 34 ਸਾਲਾਂ ਬਾਅਦ ਮਾਂ ਦੇ ਘਰ ਹੋਵੇ, ਤੇ ਮਾਂ ਗੁਜਰੀ ਨੇ ਵੀ ਤੇ ਰੱਬ ਦਾ ਸ਼ੁਕਰ ਮਨਾਇਆ ਹੋਵੇਗਾ ਨਾ। ਲਓ ਜੀ, ਬਾਬਰ ਆਇਆ। ਬਾਬਰ ਕਹਿੰਦਾ ਬਾਕੀਆਂ ਦੀ ਵਾਰੀ ਬਾਅਦ 'ਚ, ਪਹਿਲਾਂ ਤੇ ਆਓ ਜਿਹੜੇ ਟੂਣਿਆਂ ਧਾਗਿਆਂ ਵਾਲੇ ਤੁਰੇ ਫਿਰਦੇ ਆ ਵੀ ਅਸੀਂ ਬੜੇ ਤਗੜੇ ਆ, ਇਹ ਸਾਰਿਆਂ ਦੀ ਸੇਵਾ ਕਰੋ। ਉਹ ਕੁੱਟੇ ਮਾਰੇ, ਤੇ ਬਾਬਰ ਨੇ ਹੁਕਮ ਦੇ ਕੇ ਏਮਨਾਬਾਦ ਦੀ ਇੱਟ ਦੇ ਨਾਲ ਇੱਟ ਇੰਜ ਖੜਕਾ। ਜਦੋਂ ਏਮਨਾਬਾਦ ਦੇ ਹਾਕਮਾਂ ਨੂੰ ਲੜਾ ਕੇ ਮਾਰ ਕੇ ਬਾਬਰ ਨੇ ਲੁੱਟ ਲਿਆ, ਦੱਬੀਆਂ ਦੌਲਤਾਂ ਨੀਹਾਂ ਚੋਂ ਕੱਢ ਲੀਆਂ,
ਜ਼ੁਲਮ ਤੇ ਅਤਿਆਚਾਰ ਕੀਤੇ। ਕੱਲ ਤੱਕ ਜਿਹੜੇ ਲੋਕ ਦੂਜਿਆਂ ਤੇ ਜ਼ੁਲਮ ਕਰਦੇ ਸੀ, ਅੱਜ ਡਾਢੇ ਦੀ ਮਾਰ ਵੱਜੀ ਉਹਨਾਂ ਨੂੰ। ਗੱਲ ਫੇਰ ਉੱਥੇ ਹੀ ਆ, ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ। ਰੱਬ ਨਾ ਦੇ ਡਾਂਗ ਮਾਰਦਾ ਨਾ ਗੋਲੀ ਮਾਰਦਾ, ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ। ਮੱਤ ਮਰ ਗਈ ਸਮਝੋ ਸਾਰਾ ਕੁਝ ਹੀ ਉਸ ਬੰਦੇ ਦਾ ਗਿਆ। ਜਦੋਂ ਏਮਨਾਬਾਦੀ ਫੜੇ ਗਏ, ਉਹਨਾਂ ਵਿੱਚ ਗੁਰੂ ਨਾਨਕ ਨੂੰ ਵੀ ਫੜ ਲਿਆ, ਭਾਈ ਮਰਦਾਨੇ ਨੂੰ ਵੀ ਫੜ ਲਿਆ, ਉਹਦੇ ਸਾਥੀ ਸਾਰੇ ਫੜੇ ਗਏ। ਬਾਬਰ ਕਹਿੰਦਾ ਵੀ ਇਹਨਾਂ ਨੂੰ ਅਗਲੇ ਸ਼ਹਿਰ ਲੈ ਜਾਓ, ਉੱਥੇ ਜਾ ਕੇ ਇਹਨਾਂ ਦੇ ਕੋਲੋਂ ਕੰਮ ਲੈਂਦੇ ਆ। ਹੁਣ ਜਿਨ੍ਹਾਂ ਨੇ ਕਦੀ ਝੂਠਾ ਗਲਾਸ ਨਹੀਂ ਸੀ ਚੁੱਕ ਕੇ ਆਪਣਾ ਭੁੰਜੇ ਰੱਖ ਕੇ ਵੇਖਿਆ, ਜਦੋਂ ਉਹਨਾਂ ਨੂੰ ਆਪ ਹੱਥੀਂ ਕੰਮ ਕਰਕੇ ਰੋਟੀ ਖਾਣੀ ਪਈ, ਪਤਾ ਤੇ ਉਦੋਂ ਲੱਗਾ। ਅਗਲਾ ਸ਼ਹਿਰ ਆ ਗਿਆ, ਰੱਜ ਕੇ ਕੁੱਟਿਆ, ਰੱਜ ਕੇ ਮਾਰਿਆ। ਏਮਨਾਬਾਦੀਆਂ ਦਾ ਕੋਈ ਲਿਹਾਜ਼ ਨਾ ਕੀਤਾ, ਰੋਣ ਕਰਲਾਉਣ। ਉਹਨਾਂ ਦੇ ਅੱਗੇ ਪੀਣ ਵਾਸਤੇ ਚੱਕੀਆਂ ਰੱਖੀਆਂ ਗਈਆਂ ਵੀ ਚੱਕੀਆਂ ਚਲਾਓ, ਦਾਣੇ ਪੀਓ। ਇੱਕ ਚੱਕੀ ਗੁਰੂ ਨਾਨਕ ਦੇ ਅੱਗੇ ਰੱਖੀ ਗਈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਰਬਾਬ ਵਜਾ, ਬਾਣੀ ਗਾਈਏ। ਇੱਕ ਬੇਨਤੀ ਕਰਾਂ, ਦੁਨੀਆ ਦਾ ਵਰਲਡ ਚੈਂਪੀਅਨ ਕੀਰਤਨ ਭਾਈ ਮਰਦਾਨਾ। ਉਹਨੂੰ ਮਾਣ ਆ, ਜ਼ਿੰਦਗੀ ਦੇ 47 ਸਾਲ ਉਹਨੇ ਸਾਹਮਣੇ ਬਹਿ ਕੇ ਗੁਰੂ ਨਾਨਕ ਦੇ ਕੀਰਤਨ ਕੀਤਾ, ਤੇ ਜ਼ਿੰਦਗੀ ਦੇ 47 ਸਾਲ ਹੀ ਉਹ ਗੁਰੂ ਨਾਨਕ ਦੇ ਮਗਰ ਚੱਲਿਆ। ਉਹਦੇ ਤੋਂ ਵੱਡਾ ਸਿੱਖ ਨਹੀਂ ਲੱਭ ਸਕਦਾ ਭਾਈ ਮਰਦਾਨਾ। ਸਾਡੀਆਂ ਬਹੁਤੀ ਵਾਰ ਸਟੇਜਾਂ ਤੇ ਉਹਨਾਂ ਨੂੰ ਹਾਸੇ ਦਾ ਪਾਤਰ ਜਿਹਾ ਬਣਾ ਦਿੰਦੇ ਪ੍ਰਚਾਰਕ ਸਾਡੇ। ਉਹਨੂੰ ਭੁੱਖ ਲੱਗੀ, ਉਹਨੂੰ ਤੇਹ ਲੱਗੀ, ਉਹਨੂੰ ਆਹ ਹੋਇਆ, ਉਹਨੂੰ ਆਹ ਹੋਇਆ। ਭਾਈ ਮਰਦਾਨੇ ਵਰਗੀ ਸਿੱਖੀ ਕੋਈ ਨਹੀਂ ਕਮਾ ਸਕਦਾ, ਕੋਈ ਨਹੀਂ ਕਮਾ ਸਕਦਾ। ਜਿੱਦਣ ਭਾਈ ਮਰਦਾਨੇ ਨੇ ਸਰੀਰ ਛੱਡਿਆ, ਗੁਰੂ ਨਾਨਕ ਦੀ ਗੋਦੀ 'ਚ ਦਾ ਸਿਰ, ਤੇ ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿੰਦੇ, ਮਰਦਾਨਿਆ ਕਿੱਦਾਂ ਫਿਰ, ਕਿੱਦਾਂ ਮਹਿਸੂਸ ਹੁੰਦਾ? ਕਹਿੰਦਾ ਮਹਿਸੂਸ ਕੀ ਹੋਣਾ, ਤੂੰ ਵੀ ਮਰਾਸੀ ਤੇ ਮੈਂ ਵੀ ਮਰਾਸੀ। ਹੁਣ ਯਾਰ ਜਦੋਂ ਬਹੁਤਾ ਨੇੜੇ ਹੋ ਜਾਏ ਤੇ ਫਿਰ ਗੱਲ ਸਿੱਧੀ ਚੱਲ ਜਾਂਦੀ ਹੈ। ਉਹ ਕਹਿੰਦਾ ਮੈਂ ਵੀ ਮਰਾਸੀ ਤੇ ਤੂੰ ਵੀ ਮਰਾਸੀ। ਬਾਬਾ ਕਹਿੰਦਾ ਚੰਗੀ ਗੱਲ ਦੱਸੀ, ਕਿੱਦਾਂ? ਕਹਿੰਦਾ ਵੀ ਤੂੰ ਆ ਰੱਬ ਦਾ ਮਰਾਸੀ, ਉਹਦਾ, ਤੇ ਮੈਂ ਤੇਰਾ। ਤੂੰ ਉਹਦਾ, ਮੈਂ ਤੇਰਾ, ਐਵੇਂ ਫਰਕ ਜਿਹਾ ਹੀ ਪਿਆ ਵਾ। ਦੋਵੇਂ ਇੱਕੋ ਹੀ ਚੀਜ਼ ਆ, ਆਪਾਂ ਆਪਣੇ 'ਚ ਕੋਈ ਫਰਕ ਨਹੀਂ ਹੈਗਾ। ਬਾਬੇ ਨਾਨਕ ਨੇ ਜੱਫੀ 'ਚ ਲੈ ਕੇ ਆਖਿਆ, ਮਰਦਾਨਿਆਂ ਰਹਿੰਦੀ ਦੁਨੀਆ ਤੱਕ, ਜਿੱਥੇ ਮੇਰਾ ਨਾਂ ਲੈਣਗੇ ਲੋਕੀ ਬਰਾਬਰ ਦਾ ਤੇਰਾ ਲਿਆ ਕਰਨਗੇ, ਲਿਆ ਕਰ। ਕੋਈ ਕਬਰ ਬਣਾ ਦਈਏ ਪੱਥਰ ਦੀ, ਮੇਲਾ ਲੱਗਿਆ ਕਰੂ। ਜਦੋਂ ਮਰਨ ਲੱਗਾ ਭਾਈ ਮਰਦਾਨਾ, ਸਰੀਰ ਛੱਡਣ ਲੱਗਾ, ਕਬਰ ਬਣਾ ਦਈਏ ਪੱਥਰ ਦੀ, ਮੇਲਾ ਲੱਗਿਆ ਕਰੂ, ਚੜਾਵੇ ਚੜਿਆ ਕਰਨਗੇ, ਲੋਕੀ ਆਇਆ ਕਰਨਗੇ। ਤੇ ਭਾਈ ਮਰਦਾਨਾ ਕਹਿੰਦਾ, ਬਾਬਾ 47 ਸਾਲਾਂ ਦੀ ਯਾਰੀ ਚਾਹ ਖੱਟਿਆ, ਐ ਮਿੱਟੀ ਚੋਂ ਕੱਢ ਕੇ ਤੇ ਉਹ ਮਿੱਟੀ 'ਚ ਪਾ ਦੇਣਾ, ਫਾਇਦਾ ਕੀ ਰਿਹਾ? ਤਾਂ ਦੇਣੀ ਤੇ ਦਿਲ 'ਚ ਦੇ, ਇੱਥੇ ਦੇ, ਪੱਥਰਾਂ 'ਚ ਨਹੀਂ ਕੁਝ ਰੱਖਿਆ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆਂ ਰਹਿੰਦੀ ਦੁਨੀਆ ਤੱਕ ਤੇਰਾ ਨਾਮ। ਭਾਈ ਮਰਦਾਨਾ ਸ਼ਬਦ ਗਾਉਂਦਾ ਹੈ, ਗੁਰੂ ਨਾਨਕ ਪਾਤਸ਼ਾਹ ਸ਼ਬਦ ਗਾਉਂਦੇ ਨੇ। ਰਬਾਬ ਦੀ ਆਵਾਜ਼ ਦੂਰ ਦੂਰ ਤੱਕ ਜਾਵੇ। ਅੱਧੀ ਰਾਤ ਦਾ ਵਕਤ, ਪੰਛੀ ਉੱਡਦੇ ਖਲੋ ਗਏ, ਹਵਾ ਚੱਲਦੀ ਖਲੋ ਗਈ, ਸਾਰੀ ਕਾਇਨਾਤ ਰਬਾਬ ਦੇ ਵਿੱਚ ਰੰਗੀ ਗਈ। ਸਿਪਾਹੀ ਵੀ ਤੁਰੇ ਜਾਂਦੇ ਖਲੋ ਗਏ। ਕਿਸੇ ਨੇ ਜਾ ਕੇ ਬਾਬਰ ਨੂੰ ਦੱਸਿਆ, ਬਾਬਰ ਧੱਕਾ, ਇੰਨੇ ਲੋਕ ਮਾਰੇ, ਇੰਨੇ ਲੋਕ ਕੁੱਟੇ, ਪਰ ਇੱਕ ਰੱਬ ਦਾ ਬੰਦਾ ਆ ਗਿਆ ਵਿੱਚ। ਉਹ ਪਤਾ ਨਹੀਂ ਕੀ ਗਾਉਂਦਾ ਵਾ, ਬਸ ਅੰਦਰ ਹੀ ਉਤਰਦਾ ਜਾਂਦਾ, ਅੰਦਰ ਹੀ ਉਤਰ ਜਾਂਦਾ। ਉਹਦੇ ਚਿਹਰੇ ਵੱਲ ਵੇਖਿਆ ਹੀ ਨਹੀਂ ਜਾਂਦਾ, ਇੰਨਾ ਨੂਰ ਆ ਉਹਦੇ ਚਿਹਰੇ ਉੱਤੇ। ਬਾਬਰ ਉੱਠਿਆ, ਕਾਲੀ ਕਾਲੀ ਤੁਰਿਆ, ਬੰਦੀ ਖਾਨੇ ਤੱਕ ਆਇਆ। ਅੱਗੇ ਗੁਰੂ ਨਾਨਕ ਨੂੰ ਵੇਖਿਆ, ਤੇ ਜਿੰਨੀ ਵਾਰੀ ਗੁਰੂ ਨਾਨਕ ਦੇ ਚਿਹਰੇ ਵੱਲ ਵੇਖਿਆ, ਬਾਬਰ ਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਰਹੀਆਂ। 2 ਕਦਮ ਪੁੱਟੇ, ਗੁਰੂ ਨਾਨਕ ਦੇ ਕੋਲ ਆਇਆ। ਸੱਚੇ ਪਾਤਸ਼ਾਹ ਕਹਿੰਦੇ, ਕੀ ਗੱਲ ਏ ਭਾਈ? ਤੇ ਬਾਬਰ ਗੁਰੂ ਨਾਨਕ ਦੇ ਨਾਲ 2 ਦਿਲ ਦੀਆਂ ਗੱਲਾਂ ਇੰਜ ਕਰਦਾ। ਗੱਲ ਇੱਥੇ ਨਿਬੜੀ। ਬਾਬਰ ਕਹਿੰਦਾ, ਬਾਬਾ ਮੈਂ ਕੀ ਕਰਾਂ? ਪਾਤਸ਼ਾਹ ਕਹਿੰਦੇ, ਕਰਨਾ ਕੀ ਆ ਡਾਂਗ ਦੇ ਜ਼ੋਰ ਨਾਲ ਜਿਨ੍ਹਾਂ ਤੇ ਰਾਜ ਕਰਨਾ ਚਾਹੁੰਦਾ ਹੈ, ਇਹਨਾਂ ਦੇ ਦਿਲਾਂ ਵਿੱਚ ਥਾਂ ਬਣਾਓ। ਦਿੱਲੀ ਜਿੱਤਣੀ ਬਹੁਤ ਸੌਖੀ ਹੈ, ਪਰ ਦਿਲ ਜਿੱਤਣਾ ਬਹੁਤ ਔਖਾ। ਜਿਨ੍ਹਾਂ ਨੇ ਦਿਲ ਜਿੱਤੇ ਆ ਉਹ ਕਦੀ ਨਹੀਂ ਖਤਮ ਹੋਏ। ਬਸ ਸਿਆਸਤ ਕਰਨੀ ਹੈ ਤੇ ਲੋਕਾਂ ਦੇ ਦਿਲਾਂ ਤੇ ਕਰਕੇ ਵੇਖ, ਰਾਜ ਕਰਨਾ ਤੇ ਲੋਕਾਂ ਦੇ ਦਿਲਾਂ ਤੇ ਕਰਕੇ ਵੇਖ, ਤੇਰੀਆਂ ਪੀੜ੍ਹੀਆਂ ਨੂੰ ਲੋਕੀ ਚੇਤੇ ਰੱਖਣਗੇ। ਡੰਡੇ ਦੇ ਜ਼ੋਰ ਨਾਲ ਰਾਜ ਕੀਤਾ ਤੇ ਕੀ ਕੀਤਾ? 2 ਸਾਲ 4 ਸਾਲ 5 ਸਾਲ 10 ਸਾਲ, ਮੁੜ ਕੇ ਕੋਈ ਕਬਰ ਤੇ ਵੀ ਜਾ ਕੇ ਨਹੀਂ ਖਲੋਂਦਾ। ਜਿਨ੍ਹਾਂ ਨੇ ਦਿਲ ਜਿੱਤਣੇ ਆ ਉਹਨਾਂ ਨੇ ਹਮੇਸ਼ਾ ਆਬਾਦ ਰਹਿਣਾ। ਬਾਬਰ ਨੇ ਬੰਦੀ ਖਾਨੇ ਦਾ ਮੂੰਹ ਖੋਲਿਆ, ਸਾਰੇ ਆਜ਼ਾਦ ਕੀਤੇ।
ਤੇ ਗੁਰੂ ਨਾਨਕ ਪਾਤਸ਼ਾਹ ਦੇ ਪੈਰੀਂ ਸਾਰਿਆਂ ਨੇ ਹੱਥ ਲਾਇਆ। ਇਹ ਸੀ ਗੁਰੂ ਨਾਨਕ ਪਾਤਸ਼ਾਹ ਦੇ ਚੋਜਾਂ ਵਿੱਚੋਂ ਇੱਕ ਚੋਜ ਜੋ ਆਪ ਗੁਰੂ ਕੀ ਸੰਗਤ ਦੇ ਸਾਹਮਣੇ ਬਿਣਿਓ ਕੀਤਾ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ। ਧੰਨਵਾਦ।